श्री वाहिगुरु साहिब जी। सोरठ महला पंजवा। घर दूजा अष्टपदिया। एक ओंकार सतगुर प्रसाद। पाठ पढ़ियो आर वेद विचारियो। निवल पुअंगम साधे। पंच जना स्यों संग ना छुटकियो। अधिक अहं बुद्ध बादे। पाठ पढ़ियो आर वेद विचारियो। निवल पुअंगम साधे। पंच जना स्यों संग न छुटकियो। अधिक अहं बुद्ध बादे। प्यारे इन बिद मिलन न जाई। मैं किए कर्म अनेका। हार परियो स्वामी के द्वार। दीजै बुद्ध बबेका। प्यारे इन बिद मिलन न जाई। मैं किए कर्म अनेका। हार परियो स्वामी का द्वार। दीजै बुद्ध बबेका। रहाओ। वाहिगुरु जी का खालसा वाहिगुरु जी की फतेह। सतगुरु पातशाह दी साजी सवारी सत्संग जियो। गुरु पातशाह दी अपरपार बख्शिश होई है। ये पावन धरती डिठे सबे थाम नहीं तुद जेहा। बदहो पुरख विधाते तां तू सोहिया। धन गुरु रामदास पातशाह दी पावन नगरी अमृतसर साहब। सिख अरदास विच रोजाना मंगदा है अमृतसर जी के दर्शन इशनान। कृपा कीती है उसने हाजिर होए हो सतगुरु दे। चवर छतर तखत दे मालक जुगो जुग टल पोथी परमेश्वर का थान। सतगुरां ने जो अमृत वेले सचखंड हरमंदर साहब विखे हुक्म बख्शिश कीता है। श्री गुरु ग्रंथ साहब जी दे अंक 641 ते अष्टपदी सुभायमान है। सोठ राग विच है और साहब गुरु अर्जन देव जी का उच्चारण किया होया शब्द है। शब्द का जो मुख भाव है संखेप करके मैं बेनती करा ताकि बाकी विचार उसनों ठीक ढंग नाल विचार सकीए। गुरु का रोल की है? हर बंदा तो गुरु नहीं। बंदा शरीर तो सब दे एक जैसे ने।
ਗੁਰੂ ਵੀ ਬਾਹਰੋਂ ਵੇਖਣ ਨੂੰ ਸਾਡੇ ਵਰਗਾ, ਅੰਦਰੋਂ ਰੱਬ ਵਰਗਾ। ਜੇ ਸਾਡੇ ਜੈਸਾ ਨਾ ਹੋਵੇ, ਸਾਡੇ ਵਾਂਗੂ ਬੋਲੇ ਨਾ, ਸਾਡੇ ਵਿੱਚ ਬੈਠੇ ਨਾ, ਸਾਡੇ ਨਾਲ ਸੰਪਰਕ ਨਹੀਂ ਬਣ ਸਕਦਾ, ਸਾਡੇ ਨਾਲ ਸੰਬੰਧ ਹੀ ਨਹੀਂ ਬਣ ਸਕਦਾ। ਸਾਡੀ ਬੋਲੀ ਬੋਲੇ, ਜਿਹੜੀ ਸਾਨੂੰ ਸਮਝ ਵਿੱਚ ਆਉਂਦੀ ਹੈ, ਸਾਡੇ ਨਾਲ ਗੱਲ ਕਰੇ, ਪਰਿਵਾਰ ਵਾਂਗੂ ਸੰਬੰਧ ਬਣਦਾ। ਪਰ ਗੁਰੂ ਅੰਦਰੋਂ ਰੱਬ ਵਰਗਾ। ਰੱਬ ਨਾਲ ਤਾਂ ਹੀ ਜੋੜੇਗਾ ਜੇ ਰੱਬ ਨਾਲ ਜੁੜੇ, ਅੰਦਰੋਂ ਪ੍ਰਮਾਤਮਾ। ਭਾਈ ਨੰਦ ਲਾਲ ਜੀ ਨੇ ਵਿਆਖਿਆ ਕਰ ਦਿੱਤੀ ਹੈ, ਕਹਿੰਦੇ ਨੇ ਮਾਨੁਖ ਕਾ ਰੂਪ ਨਾ ਜਾਣ, ਬਾਹਰੋਂ ਮਨੁੱਖ ਵੇਖ ਕੇ ਭੁਲੇਖਾ ਨਾ ਖਾਈ, ਜ਼ਾਹਰੇ ਉਹ ਕੈਦੇ ਮੁਸ਼ਤੇ ਖਾ ਕੇ ਅਸਤ, ਬਾਤਨੇ ਉਹ ਬਾ ਖੁਦਾਇਆ ਪਾ ਕੇ ਅਸਤ। ਬਾਹਰੋਂ ਤੇ ਖਾਕ ਦੀ ਮੁੱਠ, ਜਿਵੇਂ ਪੰਜ ਭੌਤਿਕ ਸਰੀਰ ਸਾਡੇ ਨੇ ਐਸਾ ਹੀ ਹੈ, ਪਰ ਅੰਦਰੋਂ ਪ੍ਰਮਾਤਮਾ ਦਾ ਰੂਪ। ਗੁਰੂ ਦਾ ਰੋਲ ਕੀ ਹੈ? ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇਠ। ਗੁਰੂ ਦਰਗਾਹ ਦਾ ਵਿਚੋਲਾ ਹੈ। ਜੀਵ ਜਿਹੜੇ ਰੱਬ ਤੋਂ ਵਿਛੜ ਚੁੱਕੇ ਨੇ, ਰੱਬ ਨੂੰ ਭੁਲਾ ਚੁੱਕੇ ਨੇ, ਇਹ ਧਿਆਨ ਹੀ ਨਹੀਂ ਕਿ ਪ੍ਰਮਾਤਮਾ ਕੋਈ ਹੈ ਵੀ ਕਿ ਨਹੀਂ। ਉਹਨਾਂ ਨੂੰ ਰੱਬ ਨਾਲ ਜੋੜਨਾ, ਉਹਨਾਂ ਦਾ ਭਰੋਸਾ ਬਣਾਉਣਾ, ਉਹਨਾਂ ਦੀ ਸ਼ਰਧਾ ਬਣਾਉਣੀ। ਕਹਿਣਾ ਤੁਸੀਂ ਨਹੀਂ ਵੇਖਿਆ, ਮੈਂ ਵੇਖਿਆ। ਤੁਸੀਂ ਨਹੀਂ ਜਾਣਦੇ, ਮੈਂ ਜਾਣਦਾ। ਮੈਂ ਉਸ ਦਰ ਤੋਂ ਜੋ ਵੇਖਿਆ ਤੁਹਾਨੂੰ ਸੁਣਾ ਰਿਹਾ। ਹਰ ਕੇ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਸੋ ਬੂਝੇ ਜੋ ਦਈ ਸਵਾਰਿਆ। ਰੱਬ ਦਾ ਸਵਾਰਿਆ ਇਸ ਗੱਲ ਨੂੰ ਸਮਝੇਗਾ। ਗੁਰੂ ਨੇ ਆ ਕੇ ਸਾਨੂੰ ਸੰਦੇਸ਼ਾ ਦਿੱਤਾ। ਉਹਨੇ ਇਸ ਸ਼ਬਦ ਵਿੱਚ ਕਿਹਾ ਕਿ ਪੁੱਛਦਾ ਮਿਲਣ ਵਾਲਾ, ਮੈਨੂੰ ਕੀ ਕੀ ਕਰਨਾ ਪਵੇਗਾ? ਉਹ ਕਹਿੰਦੇ ਨੇ ਸੁਣ, ਇਸ ਸੰਸਾਰ ਵਿੱਚ ਦੱਸਣ ਵਾਲੇ ਤੇ ਬਹੁਤ ਨੇ, ਦਵਾਈਆਂ ਦੱਸਣ ਵਾਲੇ, ਦੇਣ ਵਾਲੇ ਵੀ, ਤੇ ਜਿਹੜੀ ਦਵਾਈ ਆਪ ਕਦੀ ਨਹੀਂ ਨਾ ਖਾਧੀ ਉਹ ਵੀ ਦੇ ਹੀ ਜਾਣਗੇ। ਉਹ ਮੈਂ ਐਸਾ ਸੁਣਿਆ ਸੀ, ਕਿਸੇ ਦੀ ਮੱਝ ਬਿਮਾਰ ਹੋ ਗਈ ਤੇ ਉਹ ਕਿਸੇ ਕਿਹਾ ਕਾਲੀਆਂ ਮਿਰਚਾਂ ਲੈ ਪਾ, ਪੱਕੀਆਂ ਆ ਲੈ, ਉਹ ਲੈ ਪਾ, ਦੇ ਦਿੱਤੀ, ਮੱਝ ਮਰ ਗਈ। ਤੇ ਉਹ ਕਹਿਣ ਲੱਗਾ ਉਹ ਇਹ ਕੀ ਦਿੱਤਾ ਹੀ, ਮੱਝ ਮਰ ਗਈ। ਕਹਿਣ ਲੱਗਾ ਮੇਰੀ ਵੀ ਇਸੇ ਨਾਲ ਹੀ ਮਰੀ ਸੀ। ਹੱਦ ਹੋ ਗਈ। ਜਿਹੜੀ ਦਵਾਈ ਆਪ ਨਹੀਂ ਖਾਧੀ, ਕੋਈ ਨਹੀਂ ਸਵਾਰਿਆ, ਤੂੰ ਆ ਕਰ ਲੈ, ਤੂੰ ਐ ਕਰ ਲੈ, ਤੂੰ ਇਸੇ ਤਰ੍ਹਾਂ ਹੀ ਦੱਸਣ ਵਾਲੇ ਨੇ। ਤੂੰ ਆ ਤਪ ਕਰ, ਤੂੰ ਆ ਜਪ ਕਰ, ਤੂੰ ਉਹ ਕਰ। ਗੁਰੂ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਉਹ ਦੱਸਣਾ ਪਹਿਲੇ ਕਿ ਕੀ ਨਹੀਂ ਕਰਨਾ। ਉਲਟੇ ਸਿੱਧੇ ਕੰਮ ਨਾ ਕਰੀਂ। ਉਹਨਾਂ ਨੇ ਕਿਹਾ ਪਿਆਰੇ, ਇਹ ਪਿਆਰੇ ਸ਼ਬਦ ਐਸਾ ਹੈ, ਇੱਕ ਵਚਨ ਵੀ ਹੋ ਜਾਂਦਾ, ਬਹੁ ਵਚਨ ਵੀ ਹੋ ਜਾਂਦਾ। ਬਹੁਤ ਹੁਣ ਕਰੋੜ ਬੰਦੇ ਆਖੇ ਪਿਆਰੇ, ਪੰਜ ਪਿਆਰੇ, ਪੰਜ ਹੀ ਨੇ ਨਾ, ਉਹਨੂੰ ਬਹੁ ਵਚਨ ਹੈ। ਪਿਆਰੇ ਇੱਕ ਹੋਵੇ ਉਹਨੂੰ ਵੀ ਕਹਿੰਦੇ ਆ ਪਿਆਰੇ। ਇੱਥੇ ਹੈ ਪਿਆਰੇ, ਸਾਡੇ ਵਾਸਤੇ ਵੀ ਹੈ, ਪਰਮਾਤਮਾ ਵਾਸਤੇ ਵੀ ਹੈ। ਦਿਲੀ ਦੀਪਕ ਇਨ ਵਿਦ ਮਿਲਣ ਨਾ ਜਾਏ। ਇਹ ਜਿਹੜੀਆਂ ਵਿਧਾਂ ਨੇ ਨਾ, ਬਹੁਤ ਸਾਰੀਆਂ ਵਿਧੀਆਂ, ਬਹੁਤ ਜੁਗਤੀਆਂ, 300 ਤੇ ਅੱਜ ਧਰਮ ਨੇ। ਹਰ ਧਰਮ ਦੇ ਆਪਣੀ ਆਪਣੀ ਸਾਧਨ ਹੈ ਔਰ ਰਲਗੱਡ ਹੋ ਗਏ। ਹੁਣ ਅਸੀਂ ਵੇਖਣਾ ਕਿ ਗੁਰਮਤਿ ਕੀ ਹੈ। ਮੈਂ ਬੜੀ ਸੁਖੈਣ ਜੀ ਬੇਨਤੀ ਕਰਾਂ, ਇਹ ਜਿਹੜੀ ਮਰਿਆਦਾ ਚੱਲ ਰਹੀ ਹੈ ਦਰਬਾਰ ਸਾਹਿਬ, ਇਹ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪ ਬਣਾਈ ਸੀ, ਵਿਗਾੜ ਦਿੱਤੀ ਸੀ ਵਿੱਚ ਕੁਛ ਮਰਿਆਦਾ। ਹਰ ਜੀ ਦੇ ਪਰਿਵਾਰ ਨੇ, ਪ੍ਰਿਥੀ ਚੰਦ ਦੇ ਪਰਿਵਾਰ ਨੇ, ਭਾਈ ਮਣੀ ਸਿੰਘ ਸ਼ਹੀਦ ਨੇ ਆ ਕੇ ਫਿਰ ਉਹ ਮਰਿਆਦਾ ਜਿਹੜੀ ਸੀ ਬਹਾਲ ਕੀਤੀ। ਉਹਨਾਂ ਕਿਹਾ ਸਿੱਖਾ ਤੇਰਾ ਨਿਸਤਾਰਾ ਹੋਵੇਗਾ ਜੋ ਇੱਥੇ ਹੁੰਦਾ ਘਰ। ਇੱਥੇ ਕੀ ਹੁੰਦਾ ਦਰਬਾਰ ਸਾਹਿਬ? ਕੋਈ ਪੁੱਠਾ ਲਟਕਦਾ ਕਦੀ ਵੇਖੇ? ਇੱਥੇ ਕੋਈ ਹੋਰ ਕਰਮ ਕਰਦਾ ਵੇਖੇ ਕਿ ਇੱਕ ਜਥਾ ਉੱਠਦਾ ਦੂਸਰਾ ਬੈਠ ਜਾਂਦਾ? ਕੀਰਤਨ ਹੁੰਦਾ, ਹੁਕਮ ਹੁੰਦਾ, ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਕੀਰਤਨ ਹੁੰਦਾ। ਤੇ ਨਾਲ ਕਿਹਾ ਕੋਈ ਸ਼ੱਕ ਨਾ ਕਿਸੇ ਨੂੰ ਹੋਵੇ ਕਿ ਕੁੰਡਲ ਨਹੀਂ ਸਾਧਨੀ ਹੈ, ਇਹ ਕਰਨਾ, ਛੇ ਚੱਕਰ ਬੰਨਣੇ ਨੇ,
ਤਾਂ ਉਧਾਰ ਹੋਵੇਗਾ। ਉਹ ਕਹਿੰਦੇ ਨੇ ਨਹੀਂ, ਨਾਨਕ ਕਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਪਿਆਰੇ ਇਨ ਬਿਦ ਮਿਲਣ ਨਾ ਜਾਏ, ਇਹਨਾਂ ਤਰੀਕਿਆਂ ਨਾਲ ਰੱਬ ਨਹੀਂ ਮਿਲਿਆ ਜਾਣਾ। ਮੈਂ ਕੀਏ ਕਰਮ ਅਨੇਕਾ। ਇੱਕ ਟੀਕਾਕਾਰ ਲਿਖਦੇ ਨੇ, ਬੜੇ ਸਿਆਣੇ ਪਰ ਕਹਿ ਰਹਿੰਦੇ ਨੇ ਕਿ ਕੁਝ ਪ੍ਰੇਮੀ ਪੁੱਛਦੇ ਨੇ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਕਰਮ ਕੀਤੇ ਫੋਕਟ, ਮੈਂ ਕਰਮ ਕੀਤੇ। ਮੈਂ ਬੇਨਤੀ ਕਰਾਂ ਜ਼ਰਾ ਧਿਆਨ ਨਾਲ ਵੇਖ ਲਈਏ ਨਾ, ਅਸੀਂ ਥੋੜ੍ਹਾ ਜਿਹਾ ਬਾਣੀ ਨੂੰ ਹੋਰ ਪਾਸੇ ਸਾਰਾ ਪੜ੍ਹ ਕੇ ਵੇਖੀਏ ਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਸੰਦੇਸ਼ ਕੀ ਹੈ। ਸਾਹਿਬ ਗੁਰੂ ਅਮਰਦਾਸ ਇੱਕ ਵਾਰੀ ਨਹੀਂ 20 ਵਾਰੀ ਜੇ ਉਹ ਗੰਗਾ ਜਾਂਦੇ ਨੇ, ਉਹਨਾਂ ਦਾ ਘਟ ਗਿਆ ਕੁਛ ਗੁਰੂ ਬਣ ਕੇ? ਕਿਹੜਾ ਫੋਕਟ ਕਰਮ ਉਹਨਾਂ ਨਹੀਂ ਕੀਤਾ? ਜੇ ਗੁਰੂ ਅਮਰਦਾਸ ਨੇ ਕੀਤਾ, ਉਸ ਤੋਂ ਬਾਅਦ ਫਿਰ ਗੁਰੂ ਨੇ ਕਹਿੰਦੇ ਨੇ ਪਹਿਲੇ ਫੋਕਟ ਨੇ। ਗੁਰੂ ਅੰਗਦ ਦੇਵ ਜੀ ਨੇ ਕਿਹੜਾ ਫੋਕਟ ਕਰਮ ਨਹੀਂ ਕੀਤਾ? ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਮਾਤਾ ਦੀਆਂ ਭੇਟਾਂ ਸਾਰੀ ਰਾਤ ਨੱਚਦਿਆਂ ਲੰਘ ਜਾਣੇ, ਫਿਰ ਗੁਰੂ ਬਣ ਗਏ। ਗੁਰੂ ਅਰਜਨ ਦੇਵ ਜੀ ਦਾ ਜਿਹੜਾ ਉਹ ਕਹਿੰਦੇ ਨੇ ਮੈਂ ਗਵਾਹ ਹਾਂ। ਗੱਲ ਤੇ ਇੰਨੀ ਹੈ ਕਿ ਮੇਰਾ ਅਨੁਭਵ ਹੈ, ਮੈਂ ਗਵਾਹ ਹੈ, ਮੈਂ ਵੇਖ ਲਏ ਨੇ ਸਾਰੇ ਕਰਮ, ਕੁਛ ਨਹੀਂ ਇਹਨਾਂ ਨਾਲ ਬਣਦਾ। ਭਰਤਰੀ ਨੇ ਗੱਲ ਕਹੀ ਸੀ, ਉਹ ਕਹਿੰਦਾ ਉਹ ਜਾਦੂ ਟੂਣਿਆਂ ਦੇ ਮੰਤਰ ਜਿਹੜੇ ਨੇ ਬਿਲਕੁਲ ਨਾ ਕਰਿਓ, ਮੈਂ ਗਵਾਹ ਹੈ ਬਿਲਕੁਲ ਝੂਠੇ ਨੇ ਔਰ ਕੁਛ ਨਹੀਂ। ਮਹੀਨਿਆਂ ਬੱਧੀ ਸ਼ਮਸ਼ਾਨ ਘਾਟ ਵਿੱਚ ਮੈਂ ਗਾਲੇ ਨੇ, ਸਾਰੀ ਰਾਤ ਬੈਠ ਕੇ ਕਰਦਾ ਰਿਹਾ। ਮੈਂ ਵਰਾਗ ਸ਼ਤਕ ਦਾ ਉਹ ਸੁਣਾ ਹੀ ਦਿਆਂ ਤੁਹਾਨੂੰ। ਉਹ ਕਹਿੰਦਾ ਕਰ ਚਿੱਤ ਇਕਾਗਰ ਚਿੱਤ ਕਰਕੇ ਕੋ ਮੰਤਰ ਜਪੇ, ਖੋਟੇ ਮੰਤਰਾਂ ਦਾ ਜਾਪ ਕੀਤਾ। ਕਰ ਚਿੱਤ ਇਕਾਗਰ ਕੋ ਮੰਤਰ ਜਪੈ, ਸ਼ਮਸ਼ਾਨਨ ਮੈਂ ਨਿਸਪੁੰਜ ਖਪੈ। ਕਰ ਹੂੰ ਜਬ ਹੀ ਵਸ ਭੂਤਨ ਕੋ, ਪਰ ਕੀ ਹਿਰਦੇ ਵਿਭੂਤਨ ਕੋ। ਉਹ ਕਹਿੰਦੇ ਨੇ ਮੈਨੂੰ ਤੇ ਕਾਣੀ ਕੌਡੀ ਵੀ ਨਹੀਂ ਮਿਲੀ, ਕੁਛ ਵੀ ਨਹੀਂ ਮਿਲਿਆ। ਬਿਲਕੁਲ ਨਾ ਕਰਿਓ ਜੇ ਮੇਰਾ ਅਨੁਭਵ ਹੈ। ਗੁਰੂ ਸਾਹਿਬ ਕਹਿੰਦੇ ਨੇ ਮੈਂ ਗਵਾਹ ਹਾਂ, ਉਹ ਕੁਝ ਹੁੰਦਾ ਪਿਆ ਇਹਦੇ ਨਾਲ ਨਹੀਂ ਮਿਲਣਾ। ਇਹ ਵਿਧੀਆਂ, ਹੁਣ ਵਿਧੀਆਂ ਕਿਹੜੀਆਂ ਨੇ ਉਹ ਸਰਵਣ ਕਰੋ। ਉਹਨਾਂ ਦਾ ਜ਼ਿਕਰ ਕੀਤਾ, ਅਖੀਰ ਤੇ ਕਿਹਾ ਇੱਕ ਹੀ ਕੰਮ ਕਰਨ ਵਾਲਾ, ਉਹ ਵੀ ਰਹਾਉ ਦੀ ਪੰਕਤੀ ਹੈ, ਉਹ ਹੈ ਤੇਰੋ ਸੇਵਕ ਇਹ ਰੰਗ ਮਾਤਾ, ਪਾਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਕੀਰਤਨ 'ਚ ਮਨ ਰੰਗੇ ਇੰਜ ਰੱਬ ਮਿਲਦਾ। ਉਹ ਕਹਿੰਦੇ ਨੇ ਕਿ ਦੱਸੋ ਮੈਨੂੰ ਕੋਈ ਥਾਂ ਐਸਾ ਹੈ, ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ। ਇਹ ਕੀਰਤਨ ਨੇ ਰੱਬ ਦੀ ਸਿਫਤ ਸਲਾਹ ਨੇ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਚੰਗਾ ਹੋਵੇ। ਇੱਕ ਸਲੋਕ ਮੈਂ ਹੋਰ ਤੁਹਾਨੂੰ ਪਹਿਲੇ ਸੁਣਾ ਦਿਆਂ। ਮੁਸਲਮਾਨਾ ਸਿਫਤ ਸ਼ਰੀਅਤ ਪੜ੍ਹ ਕਰੇ ਵਿਸ਼ਾ, ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾ। ਮੁਸਲਮਾਨ ਸ਼ਰੀਅਤ ਪੜ੍ਹ ਕੇ ਸ਼ਰ੍ਹਾ ਉਹਦੀ ਸਿਫਤ ਕਰਦੇ ਨੇ। ਕਹਿੰਦੇ ਨੇ ਰੱਬ ਦੇ ਬੰਦੇ ਉਹ ਨੇ ਜਿਹੜੇ ਸ਼ਰ੍ਹਾ 'ਚ ਆਉਂਦੇ ਨੇ, ਬੰਦੀ 'ਚ ਪੈਂਦੇ ਨੇ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾ। ਹਿੰਦੂ ਸਲਾਹ ਹੀ ਸਲਾਹ, ਦਰਸ਼ਨ ਰੂਪ ਅਪਾਰ ਰੂਪ ਨੂੰ ਹਿੰਦੂ ਸ਼ਾਸਤਰਾਂ ਰਾਹੀਂ ਉਹਦੀ ਸਿਫਤ ਕਰਦੇ ਨੇ। ਤੀਰਥ ਨਹਾਵੇਂ, ਅਰਚਾ ਪੂਜਾ ਅਗਰਵਾਸ ਬਹਿਕਾ, ਤੀਰਥਾਂ 'ਤੇ ਨਹਾਉਂਦੇ ਨੇ, ਪੂਜਾ ਕਰਦੇ ਨੇ, ਸੁਗੰਧੀਆਂ ਇਹ ਛਿੜਕਦੇ ਨੇ। ਅੱਗੇ ਉਹਨਾਂ ਨੇ ਗੱਲ ਕੀਤੀ ਹੈ, ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਜੋਗੀ ਜਿਹੜੇ ਨੇ ਸ਼ੂਨਵਾਦੀ ਨੇ, ਦੋ ਹੀ ਮਾਰਗ ਨੇ। ਇੱਕ ਤੇ ਹੈ ਪੂਰਨ। ਪੂਰਨ ਦਾ ਅਰਥ ਹੈ ਕਿ ਰੱਬ ਸਰਵ ਵਿਆਪਕ ਹੈ। ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਉਹ ਪੱਥਰਾਂ ਵਿੱਚ ਵੀ ਹੈ, ਰੁੱਖਾਂ ਵਿੱਚ ਵੀ ਹੈ, ਜਲ ਵਿੱਚ ਵੀ ਹੈ, ਥਲ ਵਿੱਚ ਵੀ, ਹਰ ਥਾਂ 'ਤੇ ਹੈ, ਪੂਰਾ। ਫਿਰ ਪ੍ਰਮਾਤਮਾ ਜਗ ਦੀ ਕੋਠੜੀ ਹੈ, ਜਗ ਸੱਚੇ ਕੀ ਹੈ ਕੋਠੜੀ। ਸਾਰਿਆਂ 'ਚ ਰੱਬ ਵਸਦਾ ਸਮਝ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੇ ਦੁਬਦਾ ਅੰਤਰ ਮਰੇ, ਰੱਬ ਮਿਲ ਜਾਏਗਾ। ਇੱਕ ਤੇ ਰਸਤਾ ਇਹ ਕਿ ਹਰ ਜੀਵ ਵਿੱਚ ਵਸਦਾ, ਕਿਸੇ ਨਾਲ ਵੀ ਨਫ਼ਰਤ ਨਾ ਕਰ। ਦੂਸਰਾ ਇਹ ਕਿ ਉਹ ਛੂਣ ਹੈ। ਇੱਕ ਦਿਨ ਸੀ ਕੁਛ ਵੀ ਨਹੀਂ ਸੀ, ਅਰਬਦ ਨਰਬਤ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਹੈ ਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਸੁਨ ਸਮਾਦ ਕੱਲਾ ਸੀ,
ਰੱਬ ਨੂੰ ਮਿਲਣਾ ਸਭ ਕੁਝ ਨਾਸਵਾਨ, ਧਿਆਨ ਧਰ ਤੇ ਸੁਨ ਸਮਾਧ ਹੋ ਜਾ। ਬਸ ਕੁਛ ਵੀ ਤੂੰ ਵੀ ਨਾ ਰਹਿ ਜਾਵੇਂ, ਫਨਾ ਫਿੱਲਾ ਬਿਲਕੁਲ। ਇਹ ਸੀ ਯੋਗੀਆਂ ਦਾ ਮਤ। ਉਹ ਤੇ ਕਹਿੰਦੇ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਕਰ, ਆਕਾਰ ਉਹਦਾ ਕਿ ਸੂਖਮ, ਉਹ ਤੇ ਸ਼ੂਨ ਹੈ। ਗੁਰੂ ਸਾਹਿਬ ਕਹਿੰਦੇ ਨੇ ਜੁਗਤੀਆਂ ਬੜੀਆਂ ਦਿੱਤੀਆਂ ਗੋਰਖ ਨੇ। ਕਮਾਲ ਹੈ, ਤੁਸੀਂ ਕਿਸੇ ਨੂੰ ਆਖੋ ਨਾ ਮੇਰੇ ਆਖੇ ਲੱਗ ਕੇ ਰੁਪਈਆ 50,000 ਹੀ ਖਰਚ ਕਰ, ਸੌਖਾ ਕਰਦਾ। ਰਾਜ ਛੱਡ ਕੇ ਕੰਨ ਪੜਵਾ ਕੇ ਸਿਰ ਮੁਣਾ ਕੇ ਘਰ ਘਰ ਮੰਗਣ ਵਾਸਤੇ ਰਾਜੇ ਤਿਆਰ ਹੋਊਗਾ। ਉਹ ਕਿੰਨਾ ਪ੍ਰਤਾਪੀ ਬੰਦਾ ਹੋਵੇਗਾ। ਰਾਜੇ ਉਹਦੇ ਪਿੱਛੇ ਚੱਲ ਪਏ, ਯੋਗੀ ਬਣ ਗਏ। ਉਹਨੇ ਇੰਨੀਆਂ ਵਿਧੀਆਂ ਦਿੱਤੀਆਂ ਕਿ ਕਰਨੀਆਂ ਹੀ ਮੁਸ਼ਕਲ, ਉਹਦਾ ਨਾਂ ਹੀ ਪੈ ਗਿਆ ਗੋਰਖ ਧੰਦਾ। ਗੋਰਖ ਨੇ ਬਹੁਤ ਕੁਝ, ਉਹਦਾ ਪ੍ਰਭਾਵ ਯੋਗੀਆਂ ਦਾ ਗੜ੍ਹ ਸੀ ਚੱਲ ਬਟਾਲਾ, ਜਿੱਥੇ ਸਤਿਗੁਰੂ ਜੀ ਗਏ, ਬੜਾ ਇਹਨਾਂ ਦਾ ਪ੍ਰਭਾਵ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਓ ਮੈਂ ਤੁਹਾਨੂੰ ਦੱਸਾਂ, ਇਹਨਾਂ ਵਿਧੀਆਂ ਵਿੱਚ ਕੁਛ ਨਹੀਂ ਮਿਲਦਾ। ਯੋਗੀ ਤੇ ਨਾਸਤਕ ਸਨ, ਛੂਣਵਾਦੀ ਸਨ, ਰੱਬ ਨੂੰ ਕਿੱਥੇ ਮੰਨਦੇ ਸਨ। ਉਹ ਤੇ ਕਹਿੰਦੇ ਸਨ ਧਿਆਨ ਨਾਲ ਸ਼ੁੱਧ ਹੋਣਾ, ਔਰ ਧਿਆਨ ਕਰਕੇ ਹੀ ਮੁਕਤ ਹੋਣਾ। ਯੋਗਾ 8 ਸਾਹ ਇਹਦੇ ਅੰਗ ਸਨ ਕਿ ਪਹਿਲੇ ਯਮ ਨਿਯਮ ਪ੍ਰਾਣਾਯਾਮ, ਯਮ ਯਾਨਮ ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਇਹ 8 ਅੰਗ, ਇਹਦੇ ਵਿੱਚੋਂ 84 ਅੱਗੋਂ ਇਹਨਾਂ ਦੇ ਆਸਨ। ਸਾਰੀ ਜ਼ਿੰਦਗੀ ਕਰਦਾ ਬੰਦਾ ਮਰ ਜਾਂਦਾ ਸੀ, ਇੱਥੇ ਪਹੁੰਚਣਾ ਬੜਾ ਮੁਸ਼ਕਲ ਸੀ। ਉਹਨਾਂ ਵਿਧੀਆਂ ਦਾ ਜ਼ਿਕਰ ਕੀਤਾ, ਉਹ ਸਰਵਨ ਕਰੋ ਜੀਓ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਠ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਘਰ ਦੂਜਾ। ਘਰ ਦੂਜੇ ਵਿੱਚ ਇਸ ਦਾ ਗਾਇਨ ਕਰਨਾ ਹੈ। ਅਸ਼ਟਪਦੀਆ। ਅਸ਼ਟਪਦੀਆਂ ਹਨ। ਅਸ਼ਟਪਦੀ ਦਾ ਅਰਥ ਹੁੰਦਾ ਜਿਸ ਦੇ ਪਦੇ ਚਰਨ ਬੰਦ 8 ਹਨ। ਕਿਉਂਕਿ ਇਹ ਦੁਪਦੇ, 2-2 ਪਦਿਆਂ ਦੇ ਵੀ ਸ਼ਬਦ ਨੇ, 3-3 ਦੇ ਵੀ ਹਨ, ਚੌਪਦੇ ਵੀ ਹਨ, 5 ਪਦੇ ਵੀ ਹਨ, ਅਸ਼ਟਪਦ 16 ਵੀ ਹਨ। ਇਹ ਪਾਠ ਬੜੇ ਧਿਆਨ ਨਾਲ ਕਰਨਾ। ਗਾ ਵਿਦਵਾਨ ਬੋਲ ਰਿਹਾ ਸੀ, ਕਹਿਣ ਲੱਗਾ ਜੀ 16 ਤੇ ਹੈ, 16 ਵੀ ਹੈਗੇ ਨੇ ਮਾਰੂ ਰਾਗ ਵਿੱਚ। ਨਹੀਂ, ਇਹਨੂੰ ਪਹਿਲੇ ਲੱਲਾ ਪਹਿਲੇ ਬਣਾਉਣਾ। ਉਹ 16 ਹੈ ਆਨੰਦ ਦਾ ਸ਼ਬਦ, ਉਹ 16 ਉਹ ਗਿਣਤੀ ਦੇ ਵਾਚਕ ਨੇ। 16 ਪਦੇ ਜਿਨ੍ਹਾਂ ਦੇ ਨੇ ਉਹ ਸ਼ਬਦ ਹਨ। ਇਹ 8 ਪਦਿਆਂ ਵਾਲੀ ਅਸ਼ਟਪਦੀ ਹੈ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਕਦੀ ਇੰਨੀ ਗੱਲ ਹੀ ਸਮਝੀ ਜਾਏ ਨਾ, ਜ਼ਿੰਦਗੀ ਸਫਲ ਹੋ ਜਾਏ। ਬੰਦਗੀ ਕਰਦਿਆਂ ਧਿਆਨ ਰੱਖੋ ਦੂਜਾ ਨਾ ਆ ਜਾਏ। ਇੱਕ ਓੰਕਾਰ। ਤੁਰਾ ਤੁਹਾਡੀ ਬੰਦਗੀ ਦਾ ਕੀ ਹੋਵੇ, ਕੀਰਤਨ ਦਾ, ਕਥਾ ਦਾ, ਪਾਠ ਦਾ। ਇੱਕ ਓੰਕਾਰ ਪਰਮਾਤਮਾ ਇੱਕ। ਤੇ ਕਰਮ ਕਰਨ ਲੱਗਿਆਂ ਕਦੀ ਨਹੀਂ ਕਹਿਣਾ ਮੈਂ ਕੀਤਾ। ਕਰਮ ਗੁਰ ਪ੍ਰਸਾਦ। ਬਸ ਇਹੀ ਹੈ ਕਿ ਬੰਦਗੀ ਹੈ, ਸਿਮਰਨ ਉਸ ਦਾ ਇੱਕ ਓੰਕਾਰ। ਤੇ ਅੱਗੋਂ ਅਸੀਂ ਕਰਮ ਜਿਹੜਾ ਕਰਨਾ ਸੰਤਾਂ ਕੇ ਕਾਰਜ ਆਪ ਖਲੋਇਆ। ਗੁਰ ਪ੍ਰਸਾਦ, ਇਹ ਗੁਰੂ ਦੀ ਕਿਰਪਾ ਦੁਆਰਾ ਉਹ ਮਿਲਦਾ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਸਭ ਕੁਝ ਹੈ। ਹਾਂਜੀ। ਪਾਠ ਪੜਿਓ ਅਰ ਵੇਦ ਵਿਚਾਰਿਓ। ਕਹਿੰਦੇ ਨੇ ਪਾਠ ਅੱਜ ਇਹ ਵੀ ਐਸਾ ਹੋ ਰਿਹਾ ਬਹੁਤ ਵੀ ਇੱਕ ਸਿਰੋਂ ਸ਼ੁਰੂ ਕੀਤਾ, ਪੜ੍ਹ ਦਿੱਤਾ। ਪੜ੍ਹਨ ਵਾਲੇ ਨੂੰ ਵੀ ਦਰਿਆਫਤ ਨਹੀਂ ਕਰਦੇ ਭਾਈ ਤੂੰ ਵੀ ਆਪ ਮੰਨਦਾ ਵੀ ਹੈ ਕਿ ਨਹੀਂ, ਤੇਰਾ ਭਰੋਸਾ ਵੀ ਕੋਈ ਹੈ, ਤੇਰਾ ਨਿਸ਼ਚਾ ਹੈ ਕਿ ਜੋ ਪੜ੍ਹਦਾ ਪਿਆ ਇਹ ਰੱਬ ਦਾ ਰੂਪ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਵੇਦਾਂ ਦੇ ਵਿਚਾਰ ਵੀ ਕਰ ਲਏ, ਇਸ ਤੋਂ ਵਿਚਾਰ ਵੀ ਕਰ ਲਈ, ਅਰਥ ਵੀ ਆ ਗਏ, ਵਿਆਕਰਨ ਵੀ ਆ ਗਈ, ਇਹ ਸਭ ਕੁਝ ਆ ਗਿਆ। ਉਚਾਰਨ ਵੀ ਬੜੇ ਸ਼ੁੱਧ ਹੋ ਗਏ। ਇਹ ਪਾਠ ਪੜ੍ਹਿਓ ਔਰ ਵੇਦਾਂ ਦਾ ਵਿਚਾਰ ਵੀ ਕਰ ਲਿਆ। ਹਾਂ। ਨਿਵਲ ਭੁਅੰਗਮ ਸਾਦੇ। ਨਿਉਲੀ ਕਰਮ ਕਰ ਲੈ
ਤਿਉਲੀ ਕਰਮ ਕੀ ਸੀ, ਪੇਟ ਭਰ ਕੇ ਨਾ ਪਾਣੀ ਨਾਲ ਤੇ ਉਸ ਨੂੰ ਫਿਰ ਘੁਮਾਉਣਾ ਖੂਬ। ਭੁਜੰਗਮਾ ਨਾੜੀ ਹੈ, ਯੋਗੇ ਦਾ ਮਤ ਹੈ ਕਿ ਤੁਹਾਡੀ ਰੀੜ੍ਹ ਦੀ ਹੱਡੀ ਦੇ ਥੱਲੇ ਇੱਕ ਲਾਈਟ ਦਾ ਪਿੱਲਰ ਹੈ, ਉੱਥੇ ਕੁੰਡਲਨੀ ਜਿਹੜੀ ਹੈ ਉਹ ਸ਼ਕਤੀ ਹੈ ਸਾਡੇ ਅੰਦਰ। ਡਾਕਟਰ ਆਪਰੇਸ਼ਨ 'ਚ ਲੱਭੇ ਨਹੀਂ ਲੱਭਣੇ, ਉਹ ਕਹਿੰਦੇ ਨੇ ਉਹ ਸ਼ਕਤੀ ਹੈ ਤੇ ਉਹ ਕੁੰਡਲ ਮਾਰ ਕੇ ਬੈਠੀ ਹੈ। ਤੇ ਯੋਗ ਸਾਧਨਾ ਨਾਲ ਕੀ ਕਰੇਗੀ? ਮੂਲਾਧਾਰ ਨੂੰ ਮਿਨੇਗੀ, ਉੱਠੇਗੀ, ਸਵਾਦਿਸ਼ਠਾਨ ਨੂੰ ਮਿਨੇਗੀ, ਅੱਗੇ ਮਣੀਪੁਰ ਨੂੰ ਮੰਨੇਗੇ, ਅਨਾਹਤ ਨੂੰ ਵਿੰਨੇਗੇ, ਵਿਸ਼ੁੱਧ ਹੈ ਗਲੇ ਦੇ ਵਿੱਚ ਉਹਨੂੰ ਵਿੰਨੇਗੇ, ਅੱਗੇ ਮੱਥੇ 'ਚ ਆ ਗਿਆ ਚੱਕਰ ਉਸ ਨੂੰ ਸਹਿਸਤਾਰ ਤੱਕ ਪਹੁੰਚੇਗੇ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜੋ ਕਿਹਾ ਉਹ ਕਹਿੰਦੇ ਨੇ ਭਾਈ ਤੁਹਾਡੀ ਵੀ ਕੁੰਡਲਨੀ ਜੋ ਹੈ ਨਾ, ਜੋ ਵੀ ਸ਼ਕਤੀਆਂ ਨੇ, ਅਸੀਂ ਇਨਕਾਰੀ ਨਹੀਂ। ਇਹ ਵਾਕਿਆ ਇਹ ਰਤਨਾਂ ਨਾਲ ਭਰਿਆ ਪਿਆ ਸਰੀਰ, ਤੇ ਮਿਲਦਾ ਕਿਹਨਾਂ ਨੂੰ ਹੈ? ਇਸ ਤਰ੍ਹਾਂ ਕੁੰਡਲੀ ਨਹੀਂ ਜਗਾਇਆ। ਕਹਿੰਦੇ ਨੇ ਨਹੀਂ, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ ਰਾ, ਉਹਨਾਂ ਦੇ ਹੱਥ ਚੜਿਆ, ਉਹਨਾਂ ਨੂੰ ਲੱਭਾ ਜਿਹੜੇ ਬਾਣੀ ਨਾਲ ਜੁੜ ਗਏ ਨੇ। ਨਿਰਾ ਪੜ੍ਹਨਾ ਨਹੀਂ, ਸਾਫ ਉਹਨਾਂ ਕਹਿ ਦਿੱਤਾ ਪੜ੍ਹਿਆ ਨਹੀਂ, ਭੇਦ ਬੁੱਝਿਆ ਭਾਵਨਾ। ਉਸਨੂੰ ਬੁੱਝਣ ਨਾਲ ਭੇਦ ਦਾ ਪਤਾ ਲੱਗੇਗਾ। ਪਾਠ ਪੜ੍ਹ ਲਿਆ, ਵੇਦਾਂ ਦੇ ਵਿਚਾਰ ਕਰ ਲਈ, ਉਸ ਭੁਜੰਗਮਾ ਨਾੜੀ ਨੂੰ ਸਾਧ ਲਿਆ, ਨਿਉਲ ਭੰਗਮ ਸਾਧੇ। ਹਾਂਜੀ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਆਦਿਕ ਅਹੰ ਬੁੱਧ ਬਾਦੇ। ਇਹ 5 ਕਾਮ ਆਦਿਕ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨਾਲੋਂ ਤੇ ਸੰਗ ਟੁੱਟਾ ਨਹੀਂ। ਇਹ ਤੇ ਹਾਵੀ ਨੇ, ਇਹ ਤੇ ਸਿਰ ਤੇ ਚੜ੍ਹ ਕੇ ਬੈਠੇ ਨੇ। ਗੁੱਸਾ ਅਜੇ ਓਨਾ ਹੀ ਹੈ, ਕ੍ਰੋਧ ਓਨਾ ਹੀ ਹੈ। ਸਾਰੇ ਪ੍ਰਾਣਾਯਾਮ ਕਰਦੇ ਸਨ, ਦਰਵਾਸ਼ਾ ਵਰਗੇ। ਹੁਣ ਗੱਲ ਕੀ ਸੀ? ਯਾਦਵਾਂ ਦੇ ਬੱਚੇ ਆਏ, ਬੱਚੇ ਨੇ ਵਿਚਾਰੇ ਭੁੱਲ ਕਰ ਬੈਠੇ। ਇੱਕ ਬੱਚੇ ਦੇ ਪੇਟ ਤੇ ਬਾਟੀ ਬੰਨ੍ਹ ਦਿੱਤੀ ਤੇ ਕਹਿਣ ਲੱਗੇ ਰਿਸ਼ੀ ਜੀ ਦੱਸਿਓ, ਆ ਸਾਡੀ ਪਤਨੀ, ਕੱਪੜੇ ਪਵਾ ਕੇ ਨਾ ਉਹਨੂੰ ਇਸਤਰੀਆਂ ਵਾਲੇ, ਇਹਦੇ ਘਰ ਲੜਕਾ ਹੋਵੇਗਾ ਕਿ ਲੜਕੀ? ਵੇਖ ਲਿਆ, ਮਸ਼ਕਰੀ ਕੀਤੀ ਹੈ। ਕਹਿਣ ਲੱਗਾ ਇਹਦੇ ਘਰ ਉਹ ਹੋਵੇਗਾ ਜਿਹੜਾ ਤੁਹਾਡੀ ਕੁੱਲ ਦਾ ਹੀ ਨਾਸ਼ ਕਰੇਗਾ। ਹੱਦ ਹੋ ਗਈ। ਕਹਿੰਦਾ ਜੇ ਮੈਂ ਕਹਿੰਦਾ ਇਹਦੇ ਨਾਲੋਂ ਜੇ ਚੰਗਾ ਅਸੀਂ ਸਿਆਣਾ ਹੁੰਦਾ ਨਾ, ਗੁਰੂ ਨਾਨਕ ਦੇਵ ਹੁੰਦੇ, ਕਹਿੰਦੇ ਪੁੱਤਰ ਬਾਟੀ ਖੋਲ ਕੇ ਸੁੱਟ ਦਿਓ, ਜਾਓ ਮੌਜ ਲਓ, ਨਾਮ ਜਪੀਦਾ। ਜਿਵੇਂ ਲੰਕਾ 'ਚ ਆਖਿਆ, ਪ੍ਰੀਖਿਆ ਲਈ ਇਸਤਰੀਆਂ ਆਈਆਂ, ਉਹਨਾਂ ਨੂੰ ਕਹਿੰਦੇ ਨੇ ਗਾਛੋ ਪੁੱਤਰੇ ਰਾਜਕੁਮਾਰ, ਨਾਮ ਬਣੋ ਸੱਚ ਦੋਤ ਸਵਾਰ। ਹੁਣ ਇੰਨੇ ਕ੍ਰੋਧੀ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੇ, ਨਿਫਲ ਭਾਈ ਸਭ ਸੇਵਾ। ਹੁਣ ਇਹ ਸਭ ਕੁਛ ਕਰ ਲਿਆ, 5 ਜਣਾ ਸਿਓ ਸੰਗ ਨਾ ਛੁਟਕਿਓ, ਆਦਿਕ ਅੱਗੇ ਨਾਲੋਂ ਵੀ ਜ਼ਿਆਦਾ ਅਹੂੰ ਬੁੱਧ ਬਾਧੇ, ਹੰਕਾਰ 'ਚ ਵੱਜ ਗਏ। ਗੁਰੂ ਨਾਨਕ ਸਾਹਿਬ ਦੇ ਅੱਗੇ ਇੰਨੀਆਂ ਹੰਕਾਰ ਦੀਆਂ ਉਹਨਾਂ ਗੱਲਾਂ ਕੀਤੀਆਂ। ਬੱਚਾ ਬੱਚਾ ਕਹਿੰਦੇ ਸਨ, ਬਾਲਕੇ ਆ ਤੈਨੂੰ ਆਪਣੇ ਚ ਰਲਾ ਲਈਏ, ਆਈ ਪੰਥ ਵਿੱਚ ਰਲਾ, ਆ ਚੁੱਕ ਸਾਡਾ ਬਲੋਟਾ ਪਾਣੀ ਭਰ ਕੇ ਲਿਆ। ਉਹ ਤੇ ਇਹਨੇ ਹੰਕਾਰੀ ਕਿ ਸਾਡੀਆਂ ਉਮਰਾਂ ਲੰਬੀਆਂ, ਅਸੀਂ ਯੋਗ ਸਾਧਨਾ ਕੀਤੀਆਂ। ਕਹਿੰਦੇ ਨੇ ਕੀ ਕੀਤਾ? ਹੰਕਾਰ ਤੇ ਉੱਥੇ ਦਾ ਉੱਥੇ ਹੈ, ਇਹ ਤੇ ਤੁਹਾਡਾ ਮੁੱਕਾ ਕੋਈ ਨਹੀਂ। ਹਾਂਜੀ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਹੇ ਪਿਆਰੇ, ਇਹਨਾਂ ਵਿਧੀਆਂ ਨਾਲ ਰੱਬ ਨਹੀਂ ਪਾਇਆ ਜਾ ਸਕਦਾ। ਦੁਨੀਆ 'ਚ ਬਲ ਬਲ ਕਰਵਾ ਲਓ। ਦੁਨੀਆ ਔਖੇ ਕੰਮ ਜਿਹੜੇ ਨੇ ਨਾ ਪਸੰਦ ਕਰਦੀ। ਆਖੀ ਨਾ ਸੌਖਾ ਜਿਹਾ ਰੱਬ ਮਿਲ ਜਾਂਦਾ, ਕਿੱਥੇ? ਨਹੀਂ ਜੀ, ਬਹੁਤ ਕੁਛ ਕਰਨਾ ਪੈਂਦਾ। ਰੱਬ ਸੌਖਾ, ਗੁਰੂ ਸਾਹਿਬ ਕਹਿੰਦੇ ਨੇ ਹੁਣੇ ਮਿਲ ਸਕਦਾ। ਤੇਰੀ ਨੀਅਤ ਰਾਸ ਕਰ ਸ਼ੇਖਾ, ਨੀਅਤ ਰਾਸ ਕਰ ਤਾਂ ਦਰਗਾਹ ਪਵੇਂ ਕਬੂਲ। ਉਹ ਤੇ ਕਹਿੰਦੇ ਨੇ ਹੁਣੇ ਹੀ ਮਿਲਣ ਲਈ ਤਿਆਰ ਹੈ। ਛਿਣ ਦੀ ਗੱਲ ਹੈ, ਜਿਹਨੂੰ ਮਿਲਿਆ ਛਿਣ 'ਚ ਹੀ ਮਿਲਿਆ। ਤੂੰ ਮਨ ਇਕਾਗਰ ਕਰ, ਟੁੱਕ ਦਮ ਕਿੰਨਾ ਇੱਕ ਛਿਣ, ਟੁੱਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ। ਉਹ ਤੇ ਤੇਰੇ ਸਾਹਮਣੇ ਖੜਾ, ਉਹ ਤੇ ਮਿਲਣ ਵਾਸਤੇ ਤਿਆਰ ਹੈ। ਤੂੰ ਹੀ ਅੱਖਾਂ ਬੰਦ ਕੀਤੀਆਂ ਨੇ। ਹੰਕਾਰ ਨੇ ਤੈਨੂੰ ਅੰਧਾ ਕੀਤਾ। ਮਾਇਆ ਧਾਰੀ ਅਤੇ ਅੰਨਾ ਬੋਲਾ, ਸ਼ਬਦ ਨਾ ਸੁਣੇ ਬਰੋਲ ਕਚੋਲਾ। ਅੰਦਰ ਰੌਲਾ ਸ਼ੋਰ ਪੇ, ਰੱਬ ਦੀ ਆਵਾਜ਼ ਕਿੱਥੇ ਸੁਣਦਾ ਹੈ? ਲੋਭ ਨੇ ਅੱਖਾਂ ਅੰਧੀਆਂ ਕੀਤੀਆਂ ਨੇ, ਉਹ ਤੇ ਸਾਹਮਣੇ ਆ ਲੇਕਿਨ ਵੇਖਦਾ ਹੀ ਨਹੀਂ।
ਸੁਖਰੂ ਸਾਹਿਬ ਜੀ ਕਹਿੰਦੇ ਨੇ ਪਹਿਲੇ ਨਾਲੋਂ ਵੀ ਜ਼ਿਆਦਾ ਬਚ ਗਏ, ਇਹਨਾਂ ਵਿਧੀਆਂ ਨਾਲ ਰੱਬ ਨਹੀਂ ਪਾਇਆ ਜਾਂਦਾ। ਮੈਂ ਕੀਏ ਕਰਮ ਅਨੇਕਾ। ਕਹਿੰਦੇ ਨੇ ਮੈਂ ਗਵਾ ਇਹ ਕਰ ਕਰਕੇ ਸਾਰੇ ਵੇਖੇ ਨੇ ਬੇਕਾਰ ਨੇ, ਇਹਨਾਂ ਦੇ ਵਿੱਚ ਕੁਛ ਨਹੀਂ। ਹਾਰ ਪਰਿਓ ਸੁਆਮੀ ਕੈ ਦੁਆਰੈ। ਹਾਰ ਕੇ ਮਾਲਕ ਦੇ ਦਰ ਪ੍ਰਮਾਤਮਾ ਦੇ ਦਰ ਤੇ ਡਿੱਗ ਪਿਆ। ਹਾਰ ਪਰਿਓ, ਹਾਰ ਕੇ ਡਿੱਗ, ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ। ਆ ਗਿਆ ਹੁਣ ਤੁਹਾਡੇ ਦਰ ਤੇ ਆ ਗਿਆ ਹਾਂ। ਉਹ ਦਰ ਹੈ ਕਬੀਰ ਜੇ ਦਰ ਆਵਤ ਜਾਤੇ ਹੋ ਹਟਕੇ ਨਹੀਂ ਕੋਏ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋ। ਐਸੇ ਦਰ ਤੇ ਆ ਪਿਆ ਹਾਂ। ਦੀਜੈ ਬੁੱਧ ਵਿਵੇਕਾ। ਮੈਨੂੰ ਗਿਆਨ ਵਾਲੀ, ਵਿਚਾਰ ਵਾਲੀ, ਨਿਰਣੇ ਵਾਲੀ ਬੁੱਧ ਦਿਓ ਕਿ ਕਰਮ ਕਿਹੜੇ ਠੀਕ ਨੇ ਕਿਹੜੇ ਗਲਤ ਨੇ। ਮੈਂ ਆਪਣਾ ਸਮਾਂ ਬਰਬਾਦ ਨਾ ਕਰ ਬੈਠਾ। ਦੋ ਗੱਲਾਂ ਨੇ ਉਹ ਧਿਆਨ 'ਚ ਲੈ ਲਓ। ਨੌਜਵਾਨ ਇੱਕ ਤੁਰਿਆ ਜਾਂਦਾ ਸੀ ਤੇ ਪੁੱਛਦਾ, ਬਾਬਾ ਜੀ, ਬਜ਼ੁਰਗ ਬੈਠਾ ਸੀ, ਬਾਬਾ ਜੀ ਅਗਲੇ ਪਿੰਡ ਕਿੰਨੀ ਕੁ ਦੇਰ 'ਚ ਪਹੁੰਚਾਂਗਾ? ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਪੁੱਛਦਾ, ਬਾਬਾ ਜੀ ਅਗਲੇ ਪਿੰਡ ਆ ਜਿਹੜਾ ਨਾਂ ਲਿਆ ਕਿੰਨੀ ਕੁ ਦੇਰ ਤੱਕ ਪਹੁੰਚਾਂਗਾ? ਉਹ ਫਿਰ ਚੁੱਪ, ਕਹਿਣ ਲੱਗਾ ਜਾਂ ਤੇ ਬਾਬਾ ਬੋਲ ਤੇ ਜਾਂ ਹੰਕਾਰੀ। ਹੰਕਾਰੀ ਬੰਦੇ ਵੀ ਨਹੀਂ ਬੋਲਦੇ, ਸਾਹਮਣੇ ਬੰਦਾ ਖਲੋਤਾ ਵੇਖਦੇ ਨੇ। ਤੁਰਿਆ ਨਾ ਜਦੋਂ ਥੋੜਾ ਜਿਹਾ ਤੁਰਿਆ ਤੇ ਕਹਿਣ ਲੱਗੇ, ਕਾਕਾ ਵਾਪਸ ਆ ਜਾ। ਕਹਿਣ ਲੱਗਾ, ਮੈਂ ਤੈਨੂੰ ਦੱਸਣਾ, ਤੈਨੂੰ ਇੱਕ ਪੈਰ ਘੱਟੋ ਘੱਟ ਲੱਗੇਗਾ ਅਗਲੇ ਪਿੰਡ ਜਾਂਦਿਆਂ। ਜਿੱਧਰ ਜਾਣਾ ਨਾ ਇੱਧਰ ਤੇ ਸਾਰੀ ਉਮਰ ਤੁਰਿਆ ਰਹੋ ਤਾਂ ਨਹੀਂ ਆਏਗਾ, ਕਿਉਂਕਿ ਦਿਸ਼ਾ ਗਲਤ, ਇੱਧਰ ਪਿੰਡ ਨਹੀਂ, ਉਹ ਇਸ ਪਾਸੇ ਦੂਜੇ ਪਾਸੇ ਹੈ। ਤੇ ਕਹਿਣ ਲੱਗਾ, ਬਾਕੀ ਨਹੀਂ ਦੱਸਿਆ? ਕਹਿਣ ਲੱਗਾ, ਤੇਰੀ ਚਾਲ ਵੇਖਾਂ ਕੋਈ ਰਫਤਾਰ ਕਿੰਨੀ ਕਿ ਤੇ ਤਾਂ ਦੱਸਾਂ ਨਾ। ਤੇ ਖਲੋਤਾ ਰਹੇ ਸਾਰੀ ਉਮਰ ਨਹੀਂ ਪਹੁੰਚੇਗਾ। ਇੱਕ ਤੇ ਦਿਸ਼ਾ ਠੀਕ ਹੋਵੇ, ਰਸਤਾ ਠੀਕ ਹੋਵੇ, ਤੇ ਦੂਸਰਾ ਬੰਦਾ ਤੁਰਦਾ ਹੋਵੇ। ਮੈਂ ਕਹਿੰਦਾ ਰਸਤਾ ਸਿੱਧਾ ਹੋਵੇ, ਚਾਲ ਮੱਠੀ ਵੀ ਹੋਵੇ, ਬੰਦਾ ਪਹੁੰਚ ਜਾਏਗਾ। ਉੱਡ ਕੇ ਜਾਂਦਾ ਹੋਵੇ, ਦਿਸ਼ਾ ਹੀ ਗਲਤ ਹੋਵੇ, ਸਾਰੀ ਉਮਰ 'ਚ ਨਹੀਂ ਪਹੁੰਚੇਗਾ ਤੇ ਸਾਰੀ ਧਰਤੀ ਦਾ ਚੱਕਰ ਲਗਾਉਣਾ ਪਵੇਗਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਪਿਆਰੇ ਮੈਨੂੰ ਦੱਸ ਦਿਸ਼ਾ ਵੀ ਠੀਕ ਦੇ ਤੇ ਤੁਰਾਂ ਵੀ ਕਿਵੇਂ, ਕਰਮ ਕਿਹੜੇ ਕਰਾਂ ਔਰ ਕਿਹੜੇ ਪਾਸੇ ਜਾਵਾਂ, ਇਹ ਮੈਨੂੰ ਦੱਸੋ ਤਾਂ ਕਿ ਮੈਂ ਰੱਬ ਨੂੰ ਮਿਲ ਪਾਵਾਂ। ਹਾਂਜੀ ਰਹਾਓ। ਹਾਂਜੀ, ਮੋਨ ਭਇਓ ਕਰ ਪਾਤੀ ਰਹਿਓ। ਹੁਣ ਅੱਗੇ ਧਿਆਨ ਨਾਲ ਸੁਣੀ ਜਾਇਓ। ਜੇ ਕਹਿੰਦੇ ਮੌਨ ਹੋ ਗਿਆ, ਉਂਝ ਹੈ ਤੇ ਗੱਲ ਇਹ ਤੇ ਠੀਕ ਹੈ ਕਿ ਬਹੁਤ ਜ਼ਿਆਦਾ ਫਸਾਦ ਖੜੇ ਕੀਤੇ, ਮੁਸ਼ਕਲਾਂ ਖੜੀਆਂ ਕੀਤੀਆਂ ਜ਼ੁਬਾਨ ਨੇ। ਕਹਿੰਦੇ ਨੇ ਜੇ ਤੈਨੂੰ ਨਹੀਂ ਨਾ ਬੋਲਣਾ ਹੁੰਦਾ ਗਲਤ ਗੱਲ ਨਾਲੋਂ ਤੇ ਚੁੱਪ ਕਰ ਰਹਿਣਾ ਹੀ ਠੀਕ ਹੈ, ਪਰ ਇੰਨਾ ਹੀ ਚੁੱਪ ਨਾ ਕਰ ਜਾ ਕਿ ਬੋਲੇ ਹੀ ਨਾ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਐ ਕਿਛ ਕਹੀਐ। ਠੀਕ ਬੋਲ। ਬੋਲਣ ਵੇਲੇ ਇੱਕ ਬੰਦਾ ਖੂਹ 'ਚ ਗਿਰਨ ਲੱਗਾ, ਤੈਨੂੰ ਪਤਾ ਖੂਹ ਹੈ, ਉਹ ਤੇ ਅੰਧਾ, ਤੇ ਤੂੰ ਚੁੱਪ ਕਰਕੇ ਬੈਠਾ ਰਹਿ। ਜੀ ਮੈਂ ਤੇ ਮੌਨ ਧਾਰਨ ਕੀਤਾ, ਬੜਾ ਸੁੰਦਰ ਕਿਹਾ। ਉਹ ਕਹਿੰਦੇ ਨੇ ਗਰ ਬੀਨਮ, ਜੇ ਤੂੰ ਵੇਖਿਆ, ਬੀਨਾ ਹੁੰਦਾ ਵੇਖਣਾ, ਗਰ ਬੀਨਮ ਕੇ ਨਾ ਬੀਨਾ, ਨਾ ਬੀਨਾ ਅੰਧਾ, ਘਰ ਬੀਨਮ ਕੇ ਨਾ ਬੀਨਾ ਕਿ ਉਹ ਚਾਹ ਅਸਤ। ਚਾਹ ਦਾ ਨਾਂ ਲਈਏ ਤੇ ਸਾਨੂੰ ਤੇ ਆ ਕੱਪ ਹੀ ਯਾਦ ਆਉਂਦੇ ਨੇ, ਪਰ ਨਹੀਂ, ਫਾਰਸੀ 'ਚ ਚਾਹ ਦਾ ਅਰਥ ਪਤਾ ਕੀ ਜੇ? ਖੂਹ। ਘਰ ਬੀਨਮ ਕੇ ਨਾ ਬੀਨਾ ਕਿ ਉਹ ਚਾਹ ਅਸਤ, ਖਾਮੋਸ਼ ਨਸ਼ੀਨਮ, ਜੇ ਤੂੰ ਚੁੱਪ ਕਰਕੇ ਬੈਠਾ ਬੰਦਾ ਖੂਹ 'ਚ ਗਿਰ ਗਿਆ, ਗੁਨਾਹ ਅਸਤ, ਇਹ ਤੂੰ ਪਾਪ ਕੀਤਾ। ਬੋਲਣਾ ਚਾਹੀਦਾ, ਮੌਨ ਭਇਓ। ਸਲੇਟਾਂ 'ਤੇ ਲਿਖ ਲਿਖ ਕੇ ਗੱਲਾਂ ਕਰਦੇ ਮੈਂ ਵੇਖੇ, ਮੇਰੇ ਅੱਗੇ ਸਲੇਟ ਕਰ ਦਿੱਤੀ, ਮੇਰਾ ਸਵਾਲ ਹੈ, ਮੈਨੂੰ ਇਹ ਚਾਹੀਦਾ। ਮੈਂ ਕਿਹਾ ਮਨ ਤੇ ਕਲਪਦਾ ਪਿਆ ਤੇਰਾ, ਤੇ ਜ਼ੁਬਾਨ ਤੋਂ ਚੁੱਪ ਕੀਤਾ, ਕੀ ਕਰੇਂਗਾ? ਗੁਰੂ ਸਾਹਿਬ ਕਹਿੰਦੇ ਨੇ ਬੋਲੇ ਨਾਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਪੁਆਈਆਂ ਜੋਨੀ। ਜਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਚੁੱਪਾ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾ, ਲਿਵ ਤਾਰ ਲਾ ਕੇ ਵੀ ਬੈਠਾ ਰਹਾ, ਮਨ ਤਾਂ ਵੀ ਚੁੱਪ ਨਹੀਂ ਕਰਦਾ। ਜ਼ੁਬਾਨ ਨਾਲ ਠੀਕ ਬੋਲ। ਚੁੱਪ ਕੀਤਿਆਂ ਰੱਬ ਨਹੀਂ ਮਿਲਦਾ, ਚੁੱਪ ਕੀਤਿਆਂ ਮਿਲੇ ਤੇ ਪਸ਼ੂ ਕੀ ਬੋਲਦੇ।
ਅਨੇਕਾਂ ਪਸ਼ੂ ਨੇ ਵਿਚਾਰੇ ਕੀ ਬੋਲਦੇ ਪਏ ਨੇ, ਰੁੱਖ ਬੋਲਦੇ ਪਏ ਨੇ, ਕੋਈ ਚੁੱਪ ਹੀ ਕੀਤੇ ਨੇ। ਚੁੱਪੇ ਚੁੱਪ ਨਾ ਹੋ ਬਾਈ, ਜੇ ਲਾਏ ਰਹਾ ਲਿਵਤਾ ਇੱਥੇ ਕਿ ਬੋਲੇ ਨਹੀਂ ਹੋਏ ਬੈਠਾ ਮੋਨੀ, ਮੋਨੀ ਬਣ ਕੇ ਬੈਠਾ ਮੋਨ ਭਇਓ ਕਰ ਪਾਤੀ ਰਹਿਓ। ਸਾਧੂਆਂ ਨਾਲ ਜੁੜਿਆ ਕਰ ਪਾਤਰੀ ਜੀ ਮਹਾਰਾਜ। ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਮਹਾਰਾਜ ਕਰ ਪਾਤਰੀ ਜੀ ਕੀ ਹੁੰਦਾ। ਕਰ ਦਾ ਅਰਥ ਹੈ ਹੱਥ। ਕਰ ਪਾਤਰੀ ਜੀ ਹੱਥਾਂ 'ਚ ਹੀ ਪਾਣੀ ਪੀਣਾ, ਹੱਥਾਂ ਨਾਲ ਹੀ ਰੋਟੀ ਖਾਣੀ, ਹੱਥਾਂ ਤੇ ਹੀ ਸਭ ਕੁਝ, ਬਰਤਨ ਨਹੀਂ ਵਰਤਣਾ, ਉਹਨੂੰ ਕਹਿੰਦੇ ਨੇ ਕਰ ਪਾਤਰੀ। ਪਾਤਰ ਦਾ ਅਰਥ ਹੈ ਭਾਂਡਾ, ਹੱਥ ਹੀ ਜਿਸ ਦਾ ਭਾਂਡਾ। ਕਰ ਪਾਤਰੀ ਰਿਹਾ, ਬਰਤਨ ਨਹੀਂ ਵਰਤਿਆ। ਨਗਨ ਫਿਰਿਓ ਬਨ ਮਾਹੀ, ਜੰਗਲ ਵਿੱਚ ਵਸਤਰਾਂ ਤੋਂ ਬਿਨਾਂ ਫਿਰਦਾ ਰਿਹਾ, ਕੋਈ ਵਸਤਰ ਨਹੀਂ ਪਹਿਨਿਆ। ਇਹ ਵੀ ਖੰਡਨ ਕੀਤਾ। ਕਬੀਰ ਸਾਹਿਬ ਕਹਿੰਦੇ ਨੇ ਆ ਜਿਹੜੇ ਹਰਨ ਨੇ ਅਨੇਕਾਂ ਨੇ, ਇਹ ਵਿਚਾਰੇ ਕਿਹੜੇ ਸੂਟ ਪਾ ਕੇ ਫਿਰਦੇ ਪਏ ਨੇ, ਨਗਨ ਹੀ ਨੇ ਨਾ। ਕਹਿੰਦੇ ਨੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕੁਤ ਸਭ ਹੋਗ। ਕਿਆ ਨਾਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨ ਸੇ ਆਤਮ ਰਾਮ। ਨਗਨ ਫਿਰਿਓ ਬਨ ਮਾਈ, ਜੰਗਲ 'ਚ ਨਗਨ ਫਿਰਦਾ ਰਿਹਾ। ਹਾਂਜੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਤਟ ਹੁੰਦਾ ਕਿਨਾਰਾ, ਤੀਰਥਾਂ ਦੇ ਕਿਨਾਰੇ ਸਾਰੀ ਧਰਤੀ ਤੇ ਫਿਰਦਾ ਰਿਹਾ। ਦੁਬਿਧਾ ਛੁਟਕੈ ਨਾਹੀ, ਪਰ ਇਹ ਜਿਹੜੀ ਦੁਬਿਧਾ ਹੈ ਨਾ, ਕਰਾਂ ਕਿ ਨਾ ਕਰਾਂ, ਇਹ ਠੀਕ ਹੈ ਕਿ ਗਲਤ ਹੈ, ਮਨ ਜਿਹੜਾ ਨਿਰਣਾ ਕੋਈ ਨਹੀਂ, ਵਿਵੇਕ ਨਹੀਂ, ਇਸ ਨੂੰ ਕੋਈ ਪਤਾ ਨਹੀਂ ਲੱਗਦਾ ਕੀ ਕਰਾਂ, ਕਿੱਧਰ ਜਾਵਾਂ ਕਿੱਧਰ ਨਾ ਜਾਵਾਂ। ਦੁਬਿਧਾ ਜਿਹੜੀ ਹੈ ਇਹ ਨਹੀਂ ਮੁੱਕੇ। ਹਾਂ, ਮਨ ਕਾਮਨਾ ਤੀਰਥ ਜਾਏ ਬਸਿਓ। ਹੋਰ ਕਮਾਲ ਗੱਲ, ਮਨ ਦੀ ਕਾਮਨਾ ਅਨੁਸਾਰ ਘਰ-ਬਾਰ ਵੇਚਿਆ। ਬਹੁਤ ਸਾਰੀਆਂ ਐਸਾ ਕੀਤਾ। ਇੱਕ ਸੱਜਣ ਨੂੰ ਮੈਂ ਜਾਣਦਾ, ਸਾਰੀ ਜਾਇਦਾਦ ਵੇਚ ਕੇ ਕਹਿਣ ਲੱਗਾ ਗਹਿਨੀ ਜੀ ਗੰਗਾ ਦੇ ਕਿਨਾਰੇ ਹਰਿਦੁਆਰ ਲੈ ਲਿਆ ਘਰ, ਹੁਣ ਉੱਥੇ ਹੀ ਰਹਾਂਗਾ ਜਾ ਕੇ। ਤੀਰਥਾਂ ਤੇ ਜਾ ਕੇ ਵਸ ਗਿਆ, ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਨਿਤ ਗੰਗਾ ਦਾ ਹੀ ਇਸ਼ਨਾਨ ਕਰਾਂਗਾ। ਕਬੀਰ ਸਾਹਿਬ ਕਹਿੰਦੇ ਨੇ ਇਸ ਨਾਲ ਵੀ ਖੇਡ ਨਹੀਂ ਬਣਨੀ। ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀਵੇਂ ਨਿਰਮਲ ਨੇਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਜੇ ਤੂੰ ਹੈ ਹੀ ਨਿੰਮ ਵਰਗਾ ਤੇ ਕੀ ਕਰੇਗਾ ਕੋਈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੋ ਕਬੀਰ ਵਾਂ ਕੋ ਸਹਿਜ ਨਾ ਜਾਈ। ਸ਼ਹਿਰ ਨਾ ਬਦਲ, ਬੰਦਾ ਕਰਦਾ ਕੀ ਹੈ, ਕੱਪੜੇ ਬਦਲ ਦਿੰਦਾ, ਬੰਦਾ ਮਹੱਲੇ ਬਦਲ ਦਿੰਦਾ, ਸ਼ਹਿਰ ਬਦਲ ਜਾਂਦਾ, ਦੇਸ਼ ਹੀ ਬਦਲ ਜਾਂਦਾ, ਸਭ ਕੁਝ ਬਦਲਦਾ, ਮਨ ਨਹੀਂ ਬਦਲਦਾ। ਹੁਣ ਮਸਲਾ ਤੇ ਸੀ ਮਨ ਦਾ, ਮਨ ਬਦਲਣਾ ਸੀ। ਗੁਰੂ ਸਾਹਿਬ ਕਹਿੰਦੇ ਨੇ ਬੁੱਧ ਬਦਲ, ਕਹਿ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿਧ ਪਾਈ। ਜਿਸ ਨੇ ਰੱਬ ਤੋਂ ਦੂਰ ਕੀਤਾ ਉਹ ਤੇ ਤੂੰ ਬਦਲਿਆ ਨਹੀਂ, ਮਤ ਤੇ ਬਦਲੀ ਨਹੀਂ। ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬੋ ਡੂਬੇ ਸਿਆਣ। ਬਦਲਣੀ ਸੀ ਮਤ, ਤੂੰ ਸ਼ਹਿਰ ਬਦਲ ਗਿਆ, ਮਤ ਉਹ ਨਾਲ ਲੈ ਗਿਆ। ਬਦਲਣੀ ਸੀ ਮਤ, ਦੇਸ਼ ਬਦਲ ਗਿਆ। ਬਦਲਣੀ ਸੀ ਮਤ, ਕੱਪੜੇ ਬਦਲ ਲੈ। ਹੱਦ ਹੋ ਗਈ, ਮਤ ਤੇ ਉੱਥੇ ਹੀ ਕਾਇਮ ਹੈ। ਇੱਕ ਚੋਰ ਨੂੰ ਚਿੱਟੇ ਕੱਪੜੇ ਪਾ ਦਿਓ, ਕਾਲੇ ਪਾ ਦਿਓ, ਕੀ ਫਰਕ ਪੈਂਦਾ। ਕੱਪੜੇ, ਮਨ ਬਦਲਣਾ ਸੀ, ਪਾਪ ਛੱਡਣਾ ਸੀ। ਕਹਿੰਦੇ ਨੇ ਭਾਈ ਮਨ ਕਾਮਨਾ ਤੀਰਥ ਜਾਏ ਬਸਿਓ, ਹੋਰ ਕੀ ਕੀਤਾ। ਸਿਰ ਕਰਵਤ ਤਰਾਏ, ਧਰਮ ਦੇ ਨਾਂ ਤੇ ਇੰਨੇ ਨੇ ਪਾਪ ਤੇ ਜ਼ੁਲਮ ਹੋਏ ਜੇ ਸੁਣ ਕੇ ਹੈਰਾਨ ਹੋਏ। ਦਸ਼ਮੇਸ਼ ਪਿਤਾ ਦਾ ਇੱਕ ਬਚਨ ਹੈ, ਕਹਿੰਦੇ ਉਹ ਬੰਦਿਓ ਰੱਬ ਦਿਓ, ਤੁਸੀਂ ਪਰਮਾਰਥ ਦੇ ਨਾਂ ਤੇ ਉਹ ਪਾਪ ਕਰਦੇ ਹੋ ਧਰਮ ਦੇ ਨਾਂ ਤੇ, ਕਿ ਸੁਣ ਕੇ ਪਾਪ ਵੀ ਕੰਬਦੇ ਨੇ ਵੀ ਅਸੀਂ ਤੇ ਪਾਪ ਆਇਆ ਸਾਂ, ਇਹ ਬੰਦਾ ਸਾਡੇ ਨਾਲੋਂ ਵੀ ਅੱਗੇ ਲੰਘ ਗਿਆ। ਉਹ ਕਹਿੰਦੇ ਨੇ ਪਾਪ ਕਰੋ ਪਰਮਾਰਥ ਕਿਹ ਜੇ ਪਾਪਣ ਤੇ ਅਤ ਪਾਪ ਲਿਜਾਏ। ਕਾਂਸ਼ੀ ਚ ਕਾਰਾ ਸੀ। ਬੰਦੇ ਨੂੰ ਕਹਿਣਾ ਸਭ ਕੁਛ ਦਾਨ ਕਰਕੇ, ਸਭ ਕੁਛ ਦਾ ਸਮਝਦੇ ਹੋ, ਬਚੇ ਵੇ, ਪਤਨੀ ਵੀ, ਜ਼ਮੀਨ ਵੀ, ਗਹਿਣਾ ਗੱਟਾ ਜੋ ਹੈ ਦਾਨ ਕਰਕੇ, ਫਿਰ ਬਸਤਰ ਵੀ ਉਤਾਰ ਕੇ ਦਾਨ ਕਰ, ਬਿਲਕੁਲ ਨਗਨ ਹੋ ਕੇ, ਗੋਇਆ ਮਿੱਟੀ ਉਹਨੂੰ ਮਿਲਣਾ ਤੇ ਮਾਦਕ ਨਸ਼ੇ ਉਹਨੂੰ ਖਵਾ ਕੇ ਬੇਹੋਸ਼ ਕਰਕੇ ਸਾਰੀ ਕਾਂਸ਼ੀ 'ਚ ਉਹਦਾ ਜਲੂਸ ਕੱਢਣਾ, ਫਿਰ ਉਹਨੂੰ ਆਰੇ ਥੱਲੇ ਬਿਠਾਉਣਾ। ਆਰਿਆ ਉਹ ਆਪ ਖਿੱਚਦੇ ਸਨ ਬਾਹਮਣ,
ਉਹਨੂੰ ਚੀਰ ਕੇ ਗੰਗਾ 'ਚ ਥੱਲੇ ਸੁੱਟ ਦੇਣਾ ਤੇ ਢੋਲ ਵਜਾਉਣੇ, ਕਹਿਣਾ ਬੈਕੁੰਠ ਧਾਮ ਚਲਾ ਗਿਆ। ਮੁਕਤ ਹੋ ਗਿਆ, ਵਿਚਾਰੇ ਦਾ ਰਹਿਣ ਹੀ ਕੱਖ ਨਹੀਂ ਦਿੱਤਾ, ਮੁਕਤ ਤੇ ਹੋ ਗਿਆ, ਹੱਦ ਹੋ ਗਈ। ਇਹ ਮੁਕਤੀ ਹੈ। ਗੁਰੂ ਸਾਹਿਬ ਕਹਿੰਦੇ ਨੇ ਸਿਰ ਕਰਵਤ ਧਰਾਏ, ਕਰਵਤ ਆਰਾ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਸਿਰ ਤੇ ਆਰਾ ਰਖਵਾ ਲਿਆ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਈ। ਯਕੀਨ ਜਾਣਿਓ, ਆਰਾ ਵੇ ਖੂਨ ਹੀ ਬਾਹਰ ਕੱਢਦਾ, ਮਨ ਦੀ ਮੈਲ ਇਹ ਵੀ ਨਹੀਂ ਜੇ ਕੱਢਦਾ। ਆਰਿਆਂ ਨਾਲ ਕਿਤੇ ਮਨ ਦੀ ਮੈਲ ਨਿਕਲਦੀ ਹੈ, ਇਹ ਤੇ ਆਤਮਘਾਤੀ ਹੈ। ਜਗਤ ਕਸਾਈ ਆਤਮਘਾਤ ਹੋ ਗਿਆ, ਪਾਪ ਹੋ ਗਿਆ। ਰੱਬ ਦੀ ਦਿੱਤੀ ਦੇਹ ਨੂੰ ਬਿਲਕੁਲ ਵਿਅਰਥ ਗਵਾ। ਆਰਾ ਹੀ ਰਖਵਾਉਣਾ ਤੇ ਭਾਈ ਮਤੀ ਦਾਸ ਵਾਂਗੂ ਰਖਵਾਓ। ਕਹਿੰਦੇ ਨੇ ਸਿੱਖੀ ਚਾਹੀਦੀ ਹੈ ਕਿ ਆਰਾ? ਕਹਿੰਦਾ ਰੱਬ ਚਾਹੀਦਾ, ਤੇ ਰੱਬ ਮਿਲਣਾ ਸਿੱਖੀ ਨਾਲ, ਰੱਬ ਮਿਲਣਾ ਗੁਰੂ ਦੇ ਸਨਮੁਖ ਹੋਇਆ। ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤੇ ਜਾਏ ਪਰ ਸਿੱਖੀ ਸਿਦਕ ਨਾ ਜਾਏ। ਇੰਜ ਆਰਾ ਕੋਈ ਲਵੇ, ਮੈਂ ਬੈਕੁੰਠ ਜਾਣਾ ਜੀ, ਮੈਨੂੰ ਆਰੇ ਨਾਲ ਚੀਰ ਦਿਓ, ਦਾਨ ਪੁੰਨ ਨਾਲ ਇੰਜ ਆਰੇ ਨਾਲ ਚੀਰ ਦਿਓ। ਮਨ ਕੀ ਮੈਲ ਨਾ ਉਤਰੇ ਬਿਦ ਇੱਕ ਦੋ ਨਹੀਂ, ਜੇ ਲੱਖ ਯਤਨ ਕਰਾਏ। ਲੱਖਾਂ ਯਤਨ ਕੋਈ ਕਰੇ, ਇਹਨੂੰ ਪ੍ਰਮਾਤਮਾ ਨਹੀਂ ਮਿਲਦਾ। ਤਨਿਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ। ਕਨਕ ਸੋਨਾ, ਕਾਮਣੀ ਇਸਤਰੇ, ਹੈਵਰ ਵਧੀਆ ਘੋੜੇ, ਗੈਵਰ ਹਾਥੇ, ਬਹੁਤ ਵਿਧਾ ਨਾਲ ਇਹ ਸਾਰਾ ਕੁਛ ਦਾਨ ਕਰਨ ਵਾਲਾ ਕੋਈ ਦਾਤਾਰ ਹੋਵੇ। ਅਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਆਨੇ ਬਸਤਰ ਭੂਮੀ ਦਾ ਅਰਥ ਹੈ ਜ਼ਮੀਨ, ਕਿ ਜਿੰਨੀ ਜ਼ਮੀਨ ਹੈ ਤੇ ਦਿੰਦੇ ਕਿਹਨਾਂ ਨੂੰ ਸਨ? ਜਿਨ੍ਹਾਂ ਕੋਲ ਅੱਗੇ ਸਾਂਭਣ ਲਈ ਥਾਂ ਨਹੀਂ। ਜੂਨਾਗੜ੍ਹ 'ਚ ਮੰਦਰ ਸਨ, ਖੋਲਿਓ। ਕਹਿੰਦੇ ਨੇ ਇੰਨੀ ਸੰਪਤੀ ਸਾਰੇ ਦੇਸ਼ ਵਿੱਚ ਨਹੀਂ ਜਿੰਨੀ ਇਸ ਇੱਕ ਮੰਦਰ 'ਚ। ਇੱਕ ਕਮਰਾ ਅਜੇ ਵੀ ਬੰਦ, ਉਹ ਨਹੀਂ ਖੋਲਿਆ। ਦੁਨੀਆ ਭਰ ਦੇ ਹੀਰੇ ਇਕੱਠੇ ਕਰਕੇ ਤੇ ਸ਼ਿਵ ਦੀ ਮੂਰਤੀ ਚਲਾ ਦਿੱਤੇ ਸਨ। ਆਪ ਨੂੰ ਪਤਾ ਹੈ, ਗਜ਼ਨੀ ਆਇਆ, ਉਹਨੇ ਕਿਹਾ ਰਾਜਿਆਂ ਦੇ ਪੱਲੇ ਕੱਖ ਨਹੀਂ, ਖਜ਼ਾਨੇ ਇਹਨਾਂ ਦੇ ਖਾਲੀ ਨੇ, ਇਹ ਸਭ ਕੁਝ ਹੈ ਮੰਦਰਾਂ 'ਚੋਂ ਲੁੱਟਦਾ ਹੀ ਮੰਦਰਾਂ ਨੂੰ। ਜਾ ਕੇ 200 ਮਣ ਦਾ ਸੋਨੇ ਦਾ ਸੰਗਲ ਲਾਇਆ, ਜਿਹਦੇ ਨਾਲ ਟੱਲ ਵੱਜਿਆ। ਸਾ ਮੂਰਤੀ ਤੋੜੀ, 4 ਟੁਕੜੇ ਉਹਦੇ ਕੀਤੇ, ਹੀਰੇ ਹੀ ਹੀਰੇ, ਕੀਮਤੀ ਹੀਰੇ। ਇਹ ਦਾਨ ਕਿਹਨਾਂ ਨੇ ਕੀਤਾ? ਮੈਂ ਸਵਰਗਾਂ ਵਿੱਚ ਜਾਣ, ਇਹ ਆਰੇ ਥੱਲੇ ਕੌਣ ਬੈਠੇ? ਮੈਂ ਸਵਰਗਾਂ ਥੱਲੇ ਜਾਣਾ। ਧੰਨ ਗੁਰੂ ਅਰਜਨ ਦੇਵ ਜੀ ਸੁਚੇਤ ਕਰ ਰਹੇ ਨੇ, ਅੰਨ ਬਸਤਰ ਭੂਮ ਬੋ ਅਰਪੈ, ਨੇ ਮਿਲੀਏ ਹਰ ਦੁਆਰਾ। ਰੱਬ ਦਾ ਦਰਵਾਜ਼ਾ ਭਾਈ ਤਾਂ ਵੀ ਨਹੀਂ ਮਿਲਦਾ। ਹਾਂਜੀ, ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ। 6 ਕਰਮ ਸਨ, ਦਾਨ ਲੈਣਾ, ਦਾਨ ਦੇਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਯੱਗ ਕਰਨਾ, ਯੱਗ ਕਰਵਾਉਣਾ, ਇਹ ਖਟ ਕਰਮ ਸਨ। ਪੂਜਾ ਕਰਨੀ, ਅਰਚਨਾ, ਸੁਗੰਧੀਆਂ ਛਿੜਕਣੀਆਂ, ਪੂਜਾ ਅਰਚਾ, ਬੰਦਨਾ ਕਰਨੀ, ਡੰਡੌਤ ਕਿਵੇਂ? ਡੰਡੇ ਵੱਤ, ਜਿਵੇਂ ਡੰਡਾ ਸੁੱਟ ਦਿੱਤਾ, ਕੋਈ ਚੁੱਕੇਗਾ ਤੇ ਉੱਠੇਗਾ, ਇਹਨੂੰ ਕਿਹਾ ਡੰਡੌਤ। ਤੇ ਦਾਤਾਰਾ ਕਹਿੰਦੇ ਨੇ ਖਟ ਕਰਮਾਂ ਰਤ ਰਹਿਤਾ, 6 ਕਰਮਾਂ ਵਿੱਚ ਹਮੇਸ਼ਾ ਹੀ ਮਸਤ ਰਹਿੰਦਾ ਹੈ। ਹੋ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਮੈਂ ਕਰ ਦਿੱਤਾ ਜੀ, ਇਹ ਮੈਂ ਕੀਤਾ। ਇਹ ਦਿਨ ਰਾਤ ਕਰਦਾ ਤੇ ਬੰਧਨਾਂ ਵਿੱਚ ਪਿਆ ਹੋਇਆ। ਬੰਧਨ ਨਹੀਂ ਮੁੱਕੇ, ਬੰਧਨ ਹੋਣਾ ਹੀ ਨਹੀਂ। ਇਸ ਜੁਗਤੀ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਜੋਗ ਸਿੱਧ ਆਸਨ 84, ਇਹ ਵੀ ਕਰ ਰਹਿਆ। ਇਹ ਵੀ ਕਰ ਕਰਕੇ ਥੱਕ ਗਏ, ਇਹ ਵੀ ਵਿਅਰਥ ਹੋ ਗਏ। ਭਾਵੇਂ ਅਨ ਪਾਵੇ ਸਾਡਾ, ਕਹਿ ਰਹੇ ਨੇ 84 ਲੱਖ ਜੂਨ ਸੀ ਤੇ ਇਹਦੇ ਵਿੱਚ 84 ਆਸਨ ਚੁਣੇ। ਯੋਗੀ ਇੰਜ ਬੈਠਦਾ ਸੀ ਜਿਵੇਂ ਬਾਂਦਰ ਬੈਠਦਾ ਇਕੱਠਾ ਹੋ ਕੇ ਨਾ, ਉਹਨੂੰ ਕਹਿੰਦਾ ਸੀ ਮਰਕਟ ਆਸਨ। ਗਊ ਜਿਵੇਂ ਬੈਠਦੀ ਹੈ, ਇਹ ਪਸ਼ੂਆਂ ਦੇ ਆਸਨ ਜਿਹੜੇ ਸਨ ਚੁਣੇ 84। ਤੇ ਅੱਜ ਕੋਈ ਮੈਨੂੰ ਐਸਾ ਯੋਗੀ ਮਿਲਿਆ ਨਹੀਂ। ਕਹਿੰਦੇ 17 ਜਿਹੜੇ ਨੇ ਇਹ ਸਾਡੀ ਪਕੜ ਵਿੱਚ ਨੇ, ਬਾਕੀ ਭੁੱਲ ਗਏ ਨੇ ਸਾਰੇ ਦੇ ਸਾਰੇ ਹੀ ਕਰ ਲੈ। 84 ਆਸਨ ਉਸ ਨੂੰ ਕਰਨੇ ਆਉਂਦੇ ਹੋਣ, ਯੋਗ ਸਿੱਧੀਆਂ ਹੋਣ, ਯੋਗ ਸਿੱਧ ਆਸਨ 84 ਇਹ ਵੀ ਕਰ ਰਹੇ ਆ। ਇਹਨਾਂ ਆਸਨਾਂ ਨਾਲ ਜੇ ਤਰ ਜਾਂਦਾ, ਭਾਦ ਹੋ ਗਈ ਤੂੰ ਪਸ਼ੂਆਂ ਵਾਲੇ ਆਸਨ ਕਰਨੇ, ਫਿਰ ਪਸ਼ੂ ਹੀ ਤਰ ਜਾਂਦੇ, ਘੱਟੋ ਘੱਟ ਬਾਂਦਰ ਤੇ ਤਰ ਜਾਂਦਾ ਨਾ।
ਤੂੰ ਮਰਕਟ ਆਸਨ ਕਰ ਰਹੀ ਹੈ, ਮੇਂਢਕ ਆਸਨ ਡੱਡੂ ਕਿਵੇਂ ਬੈਠਦਾ? ਫਿਰ ਡੱਡੂ ਸਾਰੇ ਤਰ ਜਾਂਦੇ। ਉਹ ਭਾਈ ਇਹ ਵੀ ਕਰ ਰਿਹਾ ਹੈ, ਕਰ ਕਰਕੇ ਥੱਕ ਗਏ। ਹਾਂਜੀ, ਵੱਡੀ ਆਰਜਾ ਫਿਰ ਜਨਮੈ, ਹਰਸ਼ ਸੰਗ ਨਾ ਗਹਿਆ। ਕਹਿੰਦੇ ਨੇ ਇਹ ਕੜਿਆ, ਇਹਦੇ ਨਾਲ ਉਮਰ ਜ਼ਰੂਰ ਵੱਡੀ ਹੋ ਗਈ। ਕੁਝ ਐਕਸਰਸਾਈਜ਼ ਐਸੀ ਹੈ ਉਹ ਕਰੀਏ। ਖੈਰ ਇਹ ਜਿਹੜੀ ਹੈ ਨਾ ਕਸਰਤ, ਇਹ ਤੇ ਗੁਰੂ ਸਾਹਿਬ ਮੱਲ ਅਖਾੜੇ ਆਪ ਬਣਾਏ ਸਨ। ਉਹ ਕਹਿੰਦੇ ਨੇ ਪਰ ਇਹਦੇ ਨਾਲ ਅਧਿਆਤਮਕਤਾ ਦਾ ਕੋਈ ਤੁਅਲਕ ਨਹੀਂ। ਜੇ ਕੋਈ ਆਖੇ ਰੱਬ ਮਿਲ ਪਵੇਗਾ, ਉਹ ਨਹੀਂ। ਹਰ ਸਿਓ ਸੰਗ ਨਾ ਗਿਆ, ਰੱਬ ਦਾ ਸੰਗ ਪ੍ਰਾਪਤ ਨਹੀਂ ਹੋਇਆ। ਹਾਂਜੀ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਕੁਝ ਐਸੇ ਨੇ ਉਹਨਾਂ ਕਿਹਾ ਛੱਡੋ ਇਹ ਤੇ ਗੁਰਖ ਧੰਦਾ, ਇਹ ਸਾਨੂੰ ਮਿਲਣਾ ਹੀ ਨਹੀਂ। ਦੁਨੀਆ ਦਾ ਮੌਜ ਮਿਲ ਐਸ਼ ਲਓ। ਰਾਜੇ ਬਣ ਗਏ ਤੇ ਰਾਜਿਆਂ ਵਾਲੀ ਲੀਲਾ ਆਫਰਿਆਂ ਹੁਕਮ ਕੀਤਾ ਆਕੜ ਕੇ ਕਿ ਜਿਹੜਾ ਮੁੜੇ ਹੁਕਮ ਉਹਦਾ ਸਿਰ ਉਤਾਰ ਦਿਓ। ਰਾਜ ਲੀਲਾ, ਰਾਜਿਆਂ ਵਾਲੀ ਲੀਲਾ ਬਣਾ ਲਈ। ਕੌਤਕ ਜੋ ਐਸ਼ ਵਸ਼ ਕਰਦੇ ਰਾਜੇ, ਇਹ ਸਾਰਾ ਕੁਛ ਕੀਤਾ। ਰਾਜ ਲੀਲਾ ਰਾਜਨ ਕੀ ਰਚਨਾ, ਥਾਟ ਬਾਟ ਸਾਰਾ ਬਣਾਇਆ, ਆਫਰ ਕੇ ਹੁਕਮ ਕੀਤਾ। ਹਾਂਜੀ, ਸੇਜ ਸੋਹਣੀ ਚੰਦਨ ਚੁਆ, ਨਰਕ ਘੋਰ ਕਾ ਦੁਆਰਾ। ਸੋਹਣੀ ਸੇਜ ਤੇ ਤਾਂ ਹੀ ਹੈ, ਨਿਰੀ ਸੇਜ ਨਹੀਂ। ਸੁੰਦਰ ਤੋਂ ਸੁੰਦਰ ਇਸਤਰੀ ਕੋਲ ਹੈ, ਸੇਜ ਸੋਹਣੀ ਹੈ, ਸੁਗੰਧੀਆਂ ਛਿੜਕੀਆਂ। ਮੈਨੂੰ ਇੱਕ ਛੋਟੀ ਜਿਹੀ ਕਥਾ ਯਾਦ ਆਈ। ਫੁੱਲਾਂ ਦੀ ਸੇਜਾਂ ਤੇ ਸੌਂਦਾ ਸੀ ਰਾਜਾ। ਤੇ ਇੱਕ ਦਿਨ ਉਹ ਵਿਛਾਉਣ ਵਾਲੀ ਜਿਹੜੀ ਸੀ ਨਾ ਫੁੱਲ, ਕਹਿਣ ਲੱਗੀ ਕੀ ਆਨੰਦ ਹੈ, ਮੈਂ ਪੈ ਕੇ ਵੇਖਾਂ। ਰਾਜਾ ਤੇ ਲੇਟ ਆਉਣਾ। ਉਹ ਪੈ ਗਈ। ਕਿਤੇ ਉਹ ਰਾਜਾ ਆ ਗਿਆ ਅਚਾਨਕ, ਫੜੀ ਸ਼ਮਕ ਜਿਉਂ ਮਾਰਨ ਲੱਗਾ ਉਹਨੂੰ। ਉਹ ਰੋਈ ਵੀ ਜਾਏ ਤੇ ਹੱਸੀ ਵੀ ਜਾਏ। ਕਹਿਣ ਲੱਗਾ ਬਾਂਦੀ, ਰੋਣ ਦਾ ਤੇ ਪਤਾ ਲੱਗ ਗਿਆ ਕਿ ਤੈਨੂੰ ਮੈਂ ਮਾਰਿਆ, ਤੇ ਹੱਸੀ ਕਿਉਂ? ਕਹਿਣ ਲੱਗੀ ਹੱਸੀ ਇਸ ਲਈ ਆ, ਮੈਂ ਤੇ ਆ ਛਿਨ ਘੜੀ ਪਈਆਂ ਤੇ ਮੇਰਾ ਇਹ ਹਾਲ ਹੋਇਆ, ਤੇ ਜਿਹੜੇ ਨਿੱਤ ਸੌਂਦੇ ਉਹ ਤੁਹਾਡਾ ਕੀ ਹਾਲ ਹੋਵੇਗਾ, ਤੁਹਾਡੇ ਨਾਲ ਕੀ ਬਣੇਗਾ? ਐਸੀ ਮਨ ਨੂੰ ਚੋਟ ਵਜੇ। ਕਹਿਣ ਲੱਗਾ ਬਸ ਛੱਡੀਏ ਸੇਜਾ, ਹੁਣ ਰੱਬ ਦੀ ਸੇਜਾ ਹੀ ਲੱਭਾਂਗਾ। ਚੋਟ ਸ਼ਬਦ ਚੋਟ ਕਰ ਜਾਏ, ਕਿਤੇ ਬੈਠੇ ਆ ਕਥਾ ਕਿਤੇ ਕਰ ਜਾਏ, ਕੀਰਤਨ ਚ ਕਰ ਜਾਏ, ਕੋਈ ਚੋਟ ਲੱਗ ਜਾਏ। ਸਵਾਲ ਇਹ ਬੰਦਾ ਸਿੱਧੇ ਰਸਤੇ ਪੈ ਜਾਏ। ਕਹਿੰਦੇ ਨੇ ਸੇਜ ਸੋਹਣੀ ਚੋਆ ਚੰਦਨ, ਇਹ ਕੀ ਹੈ? ਕੋਰ ਨਰਕ ਦਾ ਦੁਆਰ ਹੈ, ਇਹ ਨਰਕਾਂ ਵਿੱਚ ਲੈ ਜਾਏਗਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਫਿਰ ਕਰੀਏ ਕੀ? ਸਾਡੇ ਵਾਸਤੇ ਕੀ? ਉਹ ਕਹਿੰਦੇ ਨੇ ਜੋ ਮੈਂ ਕਰਦਾ ਹਾਂ ਤੁਸੀਂ ਕਰੋ। ਜੋ ਮਰਿਆਦਾ ਤੁਹਾਨੂੰ ਦੱਸੀ ਹੈ ਹਰੀ ਦੀ ਕੀਰਤੀ, ਇਹ ਹੁੰਦੀ ਹੈ ਸਾਧ ਸੰਗਤ ਵਿੱਚ। ਪਹਿਲੇ ਜਾਮੇ ਵਿੱਚ ਸਿੱਧਾਂ ਨੂੰ ਜੋ ਆਖਿਆ ਸੀ ਮੇਰਾ ਧਰਮ ਕੀ ਹੈ, ਭਾਈ ਗੁਰਦਾਸ ਕਹਿੰਦੇ ਨੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਜ। ਫੈਸਲਾ ਹੀ ਦੇ ਦਿੱਤਾ। ਬਾਣੀ ਪੜ੍ਹੀ ਜਾਂਦੀ ਜਿੱਥੇ ਗੁਰੂ ਦੀ ਸੰਗਤ, ਇਹ ਹੀ ਅਵਸਰ ਹੈ। ਬਸ ਸੰਗਤ ਵਿੱਚ ਆਏ, ਬਾਣੀ ਸੁਣੀ, ਬਾਣੀ ਪੜ੍ਹੀ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ, ਕਰਮਾਂ ਸਿਰ ਕਰਮ। ਧਾਰਮਿਕ ਕਰਮਾਂ ਚੋਂ ਸਭ ਤੋਂ ਵੱਡਾ ਕੋਈ ਕਰਮ ਜਿਹੜਾ, ਇਹ ਪਹਿਲੇ ਕਰਨ ਦੀ ਲੋੜ ਨਹੀਂ। ਸਿਰ ਕਰਮਨ ਕੇ ਕਰਮਾ, ਇਹ ਕਰਮ ਹੈ, ਉਹਦੀ ਸਿਫਤ ਕਰਨੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੀ ਕਾ ਲਹਿਣਾ। ਇਹ ਕੀਰਤਨ ਵੀ ਕਹਿੰਦੇ ਸਨ ਜੀ, ਕੀਰਤਨ ਉਸ ਨੂੰ ਆਉਂਦਾ ਜਿਹਨੇ ਹੀਰੇ ਦਾਨ ਕੀਤੇ ਹੋਣ। ਮੈਂ ਕਹਿੰਦਾ ਹੀਰਿਆਂ ਵੱਟੇ ਵੀ ਨਹੀਂ ਮਿਲਦਾ। ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਪੁੱਛਦਾ ਹੈ, ਦਾਤਾ ਮੈਂ ਪੁੱਛਣਾ ਕਿ ਮੈਂ ਵੀ ਕਈ ਵਾਰੀ ਬੜੀਆਂ ਭੁੱਲਾਂ ਕਰ ਜਾਣਾ, ਤੇ ਤੁਹਾਨੂੰ ਮਿਲਣ ਤੋਂ ਪਹਿਲੇ ਵੀ, ਤੇ ਮੈਂ 9 ਸਾਲ ਵੱਡਾ, ਕਿਰਪਾ ਕਰੋ ਦੱਸੋ ਮੈਂ ਵੀ ਬਖਸ਼ਿਆ ਜਾਵਾਂਗਾ। ਹੱਸ ਪਏ, ਗੱਲ ਨਾਲ ਹੀ ਲਾ ਲਿਆ। ਕਹਿਣ ਲੱਗੇ ਤੈਨੂੰ ਬਖਸ਼ਿਆ ਪਹਿਲੇ ਹੈ, ਨਾਲ ਬਾਅਦ ਵਿੱਚ ਲਿਆ। ਇਹ ਜਿਹੜਾ ਤੈਨੂੰ ਕੀਰਤਨ ਦੇ ਦਿੱਤਾ ਹੈ ਨਾ, ਇਹ ਐਸੀ ਦਾਤ ਜਾਂ ਮੁੱਲ ਹੈ ਮਰਦਾਨਿਆਂ, ਤੇਰੇ ਪਿੱਛੇ ਕਰੋੜਾਂ ਬਖਸ਼ੇ ਜਾਣਗੇ। ਕੀਰਤਨ ਸੁਣ ਕੇ ਅਨੇਕਾਂ ਬਖਸ਼ੇ ਜਾਣਗੇ। ਇਹ ਕਰਮਾਂ ਸਿਰ ਕਰਮ ਹੈ, ਤੇ ਕਿਹਨੂੰ ਮਿਲਦਾ ਹੈ? ਪੁਰਬ ਲਿਖੇ ਕਾ ਲੈਣਾ। ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਹੈ ਤੁਹਾਨੂੰ ਕੀਰਤਨ ਸੁਣਨ ਲਈ ਮਿਲਿਆ। ਕੀਰਤਨ ਕਿਸੇ ਨੂੰ ਕਰਨਾ ਆ ਗਿਆ, ਕਿਸੇ ਨੂੰ ਸੁਣਨਾ ਆ ਗਿਆ। ਗੁਰੂ ਸਾਹਿਬ ਕਹਿੰਦੇ ਨੇ ਸਾਡੀ ਸਾਧਨਾ ਇਹ ਹੈ, ਇੱਕ ਸ਼ਬਦ ਹੈ, ਉਹ ਹੈ ਬਖਤੇ ਬਖ ਸ਼ਬਦ ਸੁਣਾਇਆ। ਬੋਲਣ ਵਾਲੇ ਗੁਰੂ ਨੇ ਸ਼ਬਦ ਸੁਣਾਇਆ, ਬਖਤੇ ਬਖ ਸ਼ਬਦ ਸੁਣਾਇਆ। ਸੁਣ ਤੇ ਸੁਣ ਮਨ ਵਸਾਇਆ। ਸੁਣਨ ਵਾਲੇ ਨੇ ਸੁਣ ਕੇ ਮਨ ਵਿੱਚ ਵਸਾ ਲਿਆ।
ਇਸ ਨਾਲ ਹੋਇਆ ਕਿ ਕਰ ਕਰਤਾ ਕਰਸਤ ਪਾਰੰ ਕਹੋ ਕਬੀਰਾ ਸਾਰੰ। ਕਹਿੰਦੇ ਨੇ ਕਰਤੇ ਨੇ ਉਹਨੂੰ ਕਿਰਪਾ ਕਰਕੇ ਪਾਰ ਕਰ ਦਿੱਤਾ। ਕਬੀਰ ਸਾਹਿਬ ਕਹਿੰਦੇ ਨੇ ਸਾਰ ਦੀ ਗੱਲ ਮੈਂ ਕਹਿਣਾ, ਗੁਰੂ ਸ਼ਬਦ ਆਖੇ ਹਿਰਦੇ ਵਿੱਚ ਸਾਂਭ ਲਵੋ। ਇਸ ਤੋਂ ਵੱਡਾ ਹੋਰ ਕਰਮ ਕੋਈ ਨਹੀਂ। ਇਹ ਹੈ ਸਾਧ ਸੰਗਤ ਵਿੱਚ ਤੇ ਮਿਲਦਾ ਉਹ ਹੈ ਧੁਰੋਂ ਜਿਨ੍ਹਾਂ ਨੂੰ ਲਿਖਿਆ ਹੋਇਆ। ਆਖਰੀ ਪੰਕਤੀ ਹੈ ਜੀ, ਤੇਰੂ ਸੇਵਕ ਇਹ ਰੰਗ ਮਾਤਾ। ਤੇਰਾ ਜਿਹੜਾ ਸੇਵਕ ਹੈ ਉਹ ਤੇ ਰੰਗ ਦਾ ਅਰਥ ਹੈ ਪਿਆਰ। ਇਸ ਪਿਆਰ ਵਿੱਚ ਮਸਤ ਹੈ ਕਿ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਕ ਮੁਸਲਮਾਨ ਔਰਤ ਦਾ ਹਾਰ ਪੜ੍ਹਿਆ। ਮੁੱਲਾ ਜਿਹੜਾ ਸੀ ਉਹਨੇ ਜਦੋਂ ਬਾਂਗ ਦਿੱਤੀ ਕਿ ਅੱਲਾਹੂ ਅਕਬਰ, ਅੱਲਾ ਵੱਡਾ, ਉਹਦੇ ਮੂੰਹੋਂ ਨਿਕਲ ਗਿਆ ਅੱਲਾ ਨਾਲੋਂ ਵੀ ਅੱਲਾ ਦੀ ਵਡਿਆਈ ਵੱਡੀ ਹੈ। ਕਹਿੰਦੇ ਨੇ ਬਸ਼ਤ ਵਿੱਚ ਚਲੀ ਗਈ। ਵੇਖਿਆ ਤੂੰ ਕਿਵੇਂ ਆਈ? ਕਹਿਣ ਲੱਗੇ ਇੰਨਾ ਹੀ ਆਖਿਆ ਅੱਲਾ ਨਾਲੋਂ ਅੱਲਾ ਦੀ ਵਡਿਆਈ ਵੱਡੀ ਹੈ। ਗੁਰੂ ਸਾਹਿਬ ਕਹਿੰਦੇ ਨੇ ਤੇਰੀ ਵਡਿਆਈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ। ਤੇਰੋ ਸੇਵਕ ਇਹ ਰੰਗ ਮਾਤਾ ਪਾਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ। ਇਹ ਰਹਾਉ ਦੂਜਾ ਹੈ। ਪਹਿਲੇ ਵੈਸੀ ਦਾਤਾ ਜੇ ਫੋਕਟ ਕਰਮਾਂ ਨਾਲ ਨਹੀਂ ਮਿਲਣਾ ਫਿਰ ਵਿਵੇਕ ਬੁੱਧ ਦਿਓ। ਵਿਵੇਕ ਬੁੱਧ ਦੇ ਦਿੱਤੀ ਇਹ ਹੈ ਕਿ ਜਿਸ ਤੇ ਦੀਨਾਂ ਉੱਤੇ ਦਇਆ ਕਰਨ ਵਾਲਾ ਕਿਰਪਾਲ, ਉਸਨੇ ਦੁੱਖਾਂ ਦਾ ਨਾਸ ਕਰਨ ਵਾਲੇ ਨੇ ਕਿਰਪਾ ਕੀਤੀ। ਭਇਓ ਕਿਰਪਾਲ ਦੀਨ ਦੁਖ ਭੰਜਨ। ਫਿਰ ਤੇਰੋ ਸੇਵਕ ਇਹ ਮਤ ਹਰ ਹਰ ਕੀਰਤਨ ਇਹ ਮਨ ਰਾਤਾ। ਕੀਰਤਨ ਮੇਰਾ ਸੁਣੀਏ ਹੀ ਨਾ ਰੰਗੇ ਜਾਈਏ। ਪਿਆਰ ਦਾ ਰੰਗ ਚੜ ਜਾਏ। ਕੀਰਤਨ ਕੀ ਕਰਦਾ ਹੈ? ਕੀਰਤਨ ਦੇ ਵਿੱਚ ਨਾਮ ਅੰਮ੍ਰਿਤ ਭਰਪੂਰ ਹੈ। ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਇਹ ਪਹਿਲੇ ਮਨ ਦੀ ਮੈਲ ਉਤਾਰ ਦਿੰਦਾ ਤੇ ਨਾਮ ਦਾ ਰੰਗ ਚਾੜ ਦਿੰਦਾ। ਜਿਵੇਂ ਸਰਾਣਾ ਨਾਰੀ ਕੀ ਕਰਦਾ, ਕੱਪੜੇ ਤੋਂ ਪਹਿਲਾ ਰੰਗ ਲਾ ਦਿੰਦਾ, ਇਹ ਤਨ ਮਾਇਆ ਪਾਇਆ ਪਿਆਰੇ, ਤੇ ਦੂਜਾ ਚਾੜ ਦਿੰਦਾ। ਗੁਰੂ ਕੀ ਕਰਦਾ? ਇਹ ਬਾਣੀ ਕੀ ਕਰਦੀ? ਕੀਰਤਨ ਕੀ ਕਰਦਾ? ਮਾਇਆ ਦਾ ਰੰਗ ਉਤਾਰ ਦਿੰਦਾ ਤੇ ਨਾਮ ਦਾ ਰੰਗ ਚਾੜ ਦਿੰਦਾ। ਫਿਰ ਕਹਿ ਨਾਨਕ ਕਹੈ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਸਤਿਗੁਰੂ ਕਹਿੰਦੇ ਇਹ ਹੈ ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ। ਅਸੀਂ ਅੱਜ ਵਿਚਾਰ ਕੀਤੀ ਹੈ ਪਿਆਰੇ, ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਨੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾਂਤ ਵਿੱਚ। ਤੁਹਾਡੇ ਸੰਗਤਾਂ ਦੀ ਚਰਨ ਧੂੜ ਮਿਲੇ। ਗੁਰੂ ਪੰਥ ਨਵਾਜਦਾ, ਸਿਰ 'ਤੇ ਹੱਥ ਰੱਖੇ। ਧੰਨ ਗੁਰੂ ਰਾਮਦਾਸ ਤੇਰੇ ਦਰਬਾਰ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਰਗੰਥੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀਰ ਗੁਰਸੇਵਕ ਸਿੰਘ ਜਿਨ੍ਹਾਂ ਨਾਲ ਪੜ੍ਹਿਆ, ਇਹਨਾਂ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਸਰਵਣ ਕਰੋ। ਦਾਸ ਕੋਲੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਮੁਆਫ ਕਰ ਦੇਣੀਆਂ। ਆਓ ਜੀ ਉਹ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ। ਤੇਰੋ ਸੇਵਕ ਇਹ ਰੰਗ ਮਾਤਾ, ਪਾਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।